ਮੰਗੋ ਕਿਛ ਥਿਰ ਨਾ ਰਹਾਈ। ਹਰ ਦੀਜੈ ਨਾਮ ਪਿਆਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ। ਹਰ ਦੀਜੈ ਨਾਮ ਪਿਆਰੀ ਜੀਓ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ। ਸਰਬ ਜੀਆਂ ਕਾ ਦਾਤਾ ਰੇ। ਰਤ ਪਾਲੈ ਨਿਤ ਸਾਰ ਸੰਭਾਲੈ। ਇਕ ਗੁਣ ਨਹੀਂ ਮੂਰਖ ਜਾਤਾ ਰੇ। ਰਤ ਪਾਲੈ ਨਿਤ ਸਾਰ ਸੰਭਾਲੈ। ਇਕ ਗੁਣ ਨਹੀਂ ਮੂਰਖ ਜਾਤਾ ਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ। ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ। ਹਮ ਬਾਰਕ ਤੁਮਰੇ ਧਾਰੇ। ਜਿਹਵਾ ਇਕ ਕਵਨ ਗੁਣ ਕਹੀਐ। ਬੇਸ਼ੁਮਾਰ ਬੇਅੰਤ ਸੁਆਮੀ। ਤਿਰੁ ਅੰਤ ਨਾ ਕਿਨਹੀ ਲਹੀਐ। ਓਟ ਅਪਰਾਧ ਹਮਾਰੇ ਖੰਡੋ। ਅਨਕ ਵਿਧੀ ਸਮਝਾਵੋ। ਹਮੇ ਅਗਿਆਨ ਅਲਪ ਮਤ ਥੋਰੀ। ਤੁਮ ਆਪਨ ਬਿਰਦ ਰਖਾਵੋ। ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸਜਣ ਸੁਹੇਲੇ। ਰਾਖੋ ਰਾਖਣ ਹਾਰ ਦਿਆਲਾ। ਨਾਨਕ ਕਰਕੇ ਗੋਲੇ। ਰਾਖੋ ਰਾਖਣ ਹਾਰ ਦਿਆਲਾ। ਨਾਨਕ ਕਰਕੇ ਗੋਲੇ। ਕਵਨ ਵਡਾਈ ਕਹਿ ਸਕੂੰ। ਬੇਅੰਤ ਗੁਣੀਤਾ। ਕਰ ਕਿਰਪਾ ਮੋਹਿ ਨਾਮ ਦੇਹੋ। ਨਾਨਕ ਦਰ ਸਰੀਤਾ। ਕਰ ਕਿਰਪਾ ਮੋਹਿ ਨਾਮ ਦੇਹੋ। ਨਾਨਕ ਦਰ ਸਰੀਤਾ। ਜੁਗੋ ਜੁਗ ਅਟਲ ਸਤਿਗੁਰੂ। ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ। ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਅੰਮ੍ਰਿਤਮਈ ਚਰਨ ਸ਼ਰਨ ਵਿਖੇ ਹਜ਼ੂਰੀ ਵਿਖੇ ਦਰਬਾਰ ਵਿਖੇ ਜੁੜ ਬੈਠੀ ਗੁਰੂ ਰੂਪ ਗੁਰੂ ਕੀ ਸਾਜੀ ਔਰ ਨਿਵਾਜੀ ਸਾਧ ਸੰਗਤ। ਸਤਿਗੁਰੂ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ। ਸਾਨੂੰ ਆਪਣੀ ਸੁਭਾਗੀ ਗੋਦ ਪਾਵਨ ਹਜ਼ੂਰੀ ਪਾਵਨ ਦਰਬਾਰ ਦੀ ਦਾਤ ਬਖਸ਼ਿਸ਼ ਕੀਤੀ ਹੈ ਔਰ ਗੁਰੂ ਕੇ ਦਰਬਾਰ ਦਾ ਆਨੰਦ ਮਾਣਦੇ ਹੋਏ ਗੁਰੂ ਘਰ ਦੇ ਸਨਮਾਨ ਸਤਿਕਾਰਯੋਗ ਕੀਰਤਨੀਆਂ ਪਾਸੋਂ ਪਾਵਨ ਔਰ ਪਵਿੱਤਰ ਬਾਣੀ ਦੇ ਸ਼ਬਦ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ। ਹਰ ਹਰ ਨਿਤ ਜਪਿਓ ਜੀਓ। ਲਾਹ ਖੱਟਿਓ ਦਿਹਾੜੀ।
ਗੁਰਬਾਣੀ ਕੀਰਤਨ ਤੋਂ ਉਪਰੰਤ ਆਓ ਗੁਰਬਾਣੀ ਵਿਚਾਰ ਦੀ ਲੜੀ 'ਚ ਆਪਣੀਆਂ ਮਨ ਬਿਰਤੀਆਂ ਨੂੰ ਸੁਰਤ ਬਿਰਤੀਆਂ ਨੂੰ ਜੋੜੀਏ। ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਕੋਈ ਰਸਨਾ ਵਾਂਝੀ ਨਾ ਰਵੇ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀਆਂ ਦੇ ਪਾਵਨ ਚਰਨਾ ਕਮਲਾਂ ਵਿਖੇ ਹਜ਼ੂਰੀ ਵਿਖੇ ਜੁੜ ਮਿਲ ਬੈਠ ਨਿਤਾ ਪ੍ਰਤੀ ਗੁਰੂ ਕੀ ਪਾਵਨ ਔਰ ਪਵਿੱਤਰ ਬਾਣੀ ਦੀ ਵਿਚਾਰ ਦੀ ਸਾਂਝ ਆਪਾਂ ਪਾਉਂਦੇ ਹਾਂ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਬਾਣੀ ਰਾਹੀਂ ਜੋ ਗੁਰਮਤਿ ਉਪਦੇਸ਼ ਨਾਮ ਰਤਨ ਸਾਡੇ ਲਈ ਬਖਸ਼ਿਸ਼ ਕੀਤੇ ਹਨ, ਤਿੰਨਾਂ ਨੂੰ ਆਪਾਂ ਸਮਝਦੇ ਹਾਂ, ਵਿਚਾਰਦੇ ਹਾਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਸਹਿਸਕ੍ਰਿਤੀ ਸਲੋਕਾਂ ਤੋਂ ਅੱਗੇ ਗਾਥਾ ਬਾਣੀ ਅੰਕਿਤ ਹੈ। ਇਹ ਵੀ ਸਹਿਸਕ੍ਰਿਤੀ ਸਲੋਕਾਂ ਦਾ ਹੀ ਇੱਕ ਰੂਪ ਹੈ ਔਰ 24 ਸਲੋਕ ਹਨ ਇਸ ਬਾਣੀ ਦੇ। ਤੇ ਇਹਨਾਂ ਸਲੋਕਾਂ ਰਾਹੀਂ ਸਤਿਗੁਰੂ ਜੀ ਨੇ ਜੋ ਸਾਡੇ ਪ੍ਰੈਕਟੀਕਲ ਜੀਵਨ 'ਚ ਕੰਮ ਆਉਣ ਵਾਲੇ ਪਾਵਨ ਉਪਦੇਸ਼ ਹਨ, ਉਹਨਾਂ ਦਾ ਗਿਆਨ, ਉਹਨਾਂ ਦਾ ਅਹਿਸਾਸ ਸਾਨੂੰ ਕਰਵਾਇਆ ਹੈ। ਔਰ ਸਤ ਸੰਗਤ ਦੀ, ਗੁਰੂ ਦੇ ਉਪਦੇਸ਼ ਦੀ, ਨਾਮ ਦੀ ਸਾਡੀ ਜ਼ਿੰਦਗੀ ਅੰਦਰ ਕੀ ਅਹਿਮੀਅਤ ਹੈ, ਉਹਦੀ ਵੀ ਸੂਝ ਬੂਝ ਤਾਂ ਸਾਨੂੰ ਦੱਸੀ। ਤੇ ਸੰਗਤ 'ਚ ਅਸੀਂ ਜੁੜਨਾ ਕਿਵੇਂ ਹੈ, ਇਹ ਵੀ ਗਿਆਨ ਗੁਰੂ ਨੇ ਕਿਰਪਾ ਕਰਕੇ ਸਾਨੂੰ ਪ੍ਰਦਾਨ ਕੀਤਾ ਹੈ, ਬਖਸ਼ਿਆ ਹੈ। 8 ਸਲੋਕਾਂ ਤੱਕ ਦੀ ਵਿਚਾਰ ਪਿਛਲੇ 2 ਦੀਵਾਨਾਂ 'ਚ ਆਪਾਂ ਸਾਂਝੀ ਕੀਤੀ ਹੈ। ਕੱਲ੍ਹ ਜਿੱਥੋਂ ਆਪਾਂ 8 ਨੰਬਰ ਸਲੋਕ ਤੋਂ ਵਿਚਾਰ ਨੂੰ ਸੰਕੋਚਿਆ ਸੀ, ਉੱਥੇ ਗੁਰੂ ਨੇ ਕਿਰਪਾ ਕਰਕੇ ਸਮਝਾਇਆ ਕਿ ਵੇਖੋ, ਜਿਵੇਂ ਦਰਖਤ ਦੇ ਪੱਤੇ ਇੱਕ ਵਾਰ ਝੜ ਗਏ ਔਰ ਪਰਤ ਕੇ ਉਹਨਾਂ ਪੱਤਿਆਂ ਨੂੰ ਦਰਖਤ ਦੇ ਨਾਲ ਦੁਬਾਰਾ ਨਹੀਂ ਜੋੜਿਆ ਜਾ ਸਕਦਾ, ਇਸੇ ਤਰ੍ਹਾਂ ਜ਼ਿੰਦਗੀ ਦਾ ਜਿਹੜਾ ਸਮਾਂ ਲੰਘ ਗਿਆ, ਉਹ ਭਾਵੇਂ ਦਿਨ ਦੇ ਰੂਪ 'ਚ ਲੰਘਿਆ ਹੈ, ਉਹ ਭਾਵੇਂ ਰਾਤ ਦੇ ਰੂਪ ਦੇ ਵਿੱਚ ਲੰਘਿਆ ਹੈ, ਜਿਹੜਾ ਸਮਾਂ ਲੰਘ ਗਿਆ ਉਹ ਪਰਤ ਕੇ ਵਾਪਸ ਨਹੀਂ ਲਿਆਂਦਾ ਜਾ ਸਕਦਾ ਹੈ, ਦੁਬਾਰਾ ਨਹੀਂ ਲਿਆਂਦਾ ਜਾ ਸਕਦਾ। ਜਿਹੜੀ ਤਰੀਕ, ਜਿਹੜੀ ਮਿਤੀ ਲੰਘ ਗਈ, ਦੁਬਾਰਾ ਨਹੀਂ ਆ ਸਕਦੀ ਹੈ। ਇਸ ਕਰਕੇ ਇੱਕ ਇੱਕ ਦਮ, ਇੱਕ ਇੱਕ ਸਵਾਸ, ਇੱਕ ਇੱਕ ਘੜੀ, ਇੱਕ ਇੱਕ ਪਲ ਅਤਿਅੰਤ ਕੀਮਤੀ ਹੈ। ਤੇ ਇਹਨਾਂ ਨੂੰ ਅਕਾਲ ਪੁਰਖ ਦੀ ਬੰਦਗੀ 'ਚ, ਨਾਮ 'ਚ, ਗੁਰੂ ਦੇ ਉਪਦੇਸ਼ 'ਚ ਜੁੜ ਕੇ ਸਫਲ ਤੇ ਸਕਾਰਥ ਬਣਾਓ। ਅੱਗੇ 9 ਨੰਬਰ ਸਲੋਕ 'ਚ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਫਰਮਾਨ ਕਰਦੇ ਹਨ, ਭਾਵਨੀ ਸਾਧ ਸੰਗੇਣ ਲਬੰਤੰਗ ਬੜ ਭਾਗਣੈ। ਸਤ ਸੰਗਤ ਔਰ ਸਤ ਸੰਗਤ ਦੇ ਪ੍ਰਤੀ ਸ਼ਰਧਾ ਭਾਵਨਾ, ਇਹ ਵੱਡਿਆਂ ਭਾਗਾਂ ਸਦਕਾ ਪ੍ਰਾਪਤ ਹੁੰਦੀ ਹੈ। ਜਿਹਨੂੰ ਸਤ ਸੰਗਤ ਪ੍ਰਤੀ ਜਿਹਦੀ ਭਾਵਨਾ ਬਣ ਗਈ, ਉਹਦੀ ਅਕਾਲ ਪੁਰਖ ਵਾਹਿਗੁਰੂ ਪ੍ਰਤੀ ਵੀ ਭਾਵਨਾ ਬਣਦੀ ਹੈ। ਜਿਹਦਾ ਗੁਰੂ 'ਤੇ ਭਰੋਸਾ ਬੱਝ ਗਿਆ, ਉਹਦਾ ਪਰਮੇਸ਼ਰ 'ਤੇ ਵੀ ਭਰੋਸਾ ਬੱਝ ਜਾਂਦਾ ਹੈ। ਤੇ ਜਿਹਨੂੰ ਅਜੇ ਗੁਰੂ 'ਤੇ ਹੀ ਪੂਰਾ ਭਰੋਸਾ ਨਹੀਂ ਹੈ, ਉਹ ਅੱਗੇ ਫਿਰ ਪਰਮਾਤਮਾ 'ਤੇ ਭਰੋਸਾ ਕਿੱਦਾਂ ਕਰੇਗਾ। ਗੁਰੂ ਸਾਡੀ ਸੁਰਤ ਦੀ ਜਿਹੜੀ ਤਾਰ ਹੈ, ਉਹ ਪਰਮਾਤਮਾ ਦੇ ਨਾਲ ਜੋੜਦੇ ਹਨ, ਪਰ ਉਹ ਪਹਿਲਾਂ ਜ਼ਰੂਰੀ ਹੈ ਕਿ ਆਪਾਂ ਗੁਰੂ ਨਾਲ ਜੁੜੀਏ, ਗੁਰੂ ਨਾਲ ਜੁੜੀਏ। ਭਾਈ ਲਹਿਣਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਬਾਰ 'ਚ ਆਏ ਨੇ। ਕਿਵੇਂ ਆਏ ਨੇ? ਜਦੋਂ ਉਹਨਾਂ ਨੇ ਬਾਣੀ ਸੁਣੀ ਭਾਈ ਜੋਧ ਪਾਸੋਂ, ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ ਸਾ ਘਰ ਬੁਰੀ ਕਿਉਂ ਘਾਲੀਐ।
ਗੁਰੂ ਨਾਨਕ ਜੀ ਦੀ ਹਜ਼ੂਰੀ 'ਚ ਦਰਬਾਰ 'ਚ ਆ ਗਏ। ਹੁਣ ਭਾਈ ਲਹਿਣੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਦੋਂ ਸੰਗਤ ਕੀਤੀ ਹੈ, ਕਰੀਬਨ 7 ਸਾਲ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ, ਤੇ ਗੁਰੂ ਨਾਨਕ ਮਹਾਰਾਜ ਜੀ ਦੀ ਕੁੱਲ ਸਰੀਰਕ ਉਮਰ ਹੈ 70 ਸਾਲਾਂ ਦੀ। ਇਹਦਾ ਭਾਵ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਦੋਂ ਕਰੀਬਨ 62 ਤੋਂ 63 ਵਰ੍ਹਿਆਂ ਦੀ ਉਮਰ ਸੀ, ਉਦੋਂ ਭਾਈ ਲਹਿਣਾ ਗੁਰੂ ਨਾਨਕ ਸਾਹਿਬ ਦੀ ਸ਼ਰਨ 'ਚ ਆਏ। ਉਦੋਂ ਪਹਿਲਾਂ ਕਿੰਨੇ ਸਿੱਖ ਸਤਿਗੁਰਾਂ ਦੀ ਹਜ਼ੂਰੀ 'ਚ ਆਏ, ਗੁਰਮਤ ਦੀ ਗੁਰਸਿੱਖੀ ਦੀ ਦਾਤ ਉਹਨਾਂ ਨੇ ਪ੍ਰਾਪਤ ਕੀਤੀ, ਸੇਵਾ ਵੀ ਕੀਤੀ, ਘਾਲਣਾ ਵੀ ਬੜੀਆਂ ਘਾਲੀਆਂ। ਭਾਈ ਲਹਿਣਾ ਗੁਰੂ ਨਾਨਕ ਮਹਾਰਾਜ ਜੀ ਦੀ ਹਜ਼ੂਰੀ 'ਚ ਆਏ ਔਰ ਗੁਰੂ ਨਾਨਕ ਜੀ ਦੇ ਚਰਨਾਂ 'ਚ ਹੀ ਅਭੇਦ ਹੋ ਗਏ, ਔਰ ਗੁਰੂ ਨਾਨਕ ਸਾਹਿਬ ਨੇ ਰਹਿਮਤ ਕਰਕੇ ਉਹਨਾਂ ਨੂੰ ਨਿਰੰਕਾਰ 'ਚ ਅਭੇਦ ਕਰ ਦਿੱਤਾ। ਜੇ ਗੁਰੂ ਨਾਨਕ ਨਿਰੰਕਾਰ ਰੂਪ ਨੇ ਤੇ ਭਾਈ ਲਹਿਣਾ ਗੁਰੂ ਅੰਗਦ ਬਣ ਕੇ ਉਹ ਵੀ ਨਿਰੰਕਾਰ ਰੂਪ ਬਣ ਗਏ। ਹੁਣ ਗੱਲ ਭਾਵਨਾ ਦੀ ਹੈ। ਸਿੱਖ ਤੇ ਬੜੇ ਗੁਰੂ ਨਾਨਕ ਮਹਾਰਾਜ ਦੇ ਬਣੇ, ਪਰ ਜਿਹੜੀ ਦ੍ਰਿੜ ਭਾਵਨਾ ਭਾਈ ਲਹਿਣੇ ਦੀ ਸੀ, ਉਹਦੀ ਬਰਾਬਰੀ ਹੋਰ ਕੋਈ ਨਹੀਂ, ਉਹਦਾ ਮੁਕਾਬਲਾ ਹੋਰ ਕੋਈ ਨਹੀਂ। ਕਿੰਨੀਆਂ ਪ੍ਰੀਖਿਆਵਾਂ ਵੀ ਗੁਰੂ ਨਾਨਕ ਸਾਹਿਬ ਨੇ ਲਈਆਂ ਤੇ ਭਾਈ ਲਹਿਣਾ ਹਰ ਪ੍ਰੀਖਿਆ 'ਚ ਪੂਰਾ ਉਤਰੇ, ਕਿਉਂਕਿ ਸਬਰ ਹੈ, ਸਿਦਕ ਹੈ, ਭਾਵਨਾ ਹੈ, ਭਰੋਸਾ ਹੈ। ਗੁਰਗੱਦੀ ਦੀ ਦਾਤ ਬਖਸ਼ ਦਿੱਤੀ ਗਈ ਭਾਈ ਲਹਿਣੇ ਨੂੰ, ਔਰ ਬਾਬਾ ਸ਼੍ਰੀ ਚੰਦ ਬਾਬਾ ਲక్ష్ਮੀ ਦਾਸ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ, ਬਹੁਤ ਸਾਰੇ ਸੇਵਕ ਸਿੱਖ ਇਕੱਠੇ ਨੇ। ਉਹਨਾਂ ਨੇ ਪੁੱਛਿਆ, ਮਹਾਰਾਜ ਸਾਨੂੰ ਗੱਦੀ ਕਿਉਂ ਨਹੀਂ ਦਿੱਤੀ ਗਈ, ਸਾਡੇ 'ਚ ਕੀ ਘਾਟ ਹੈ? ਔਰ ਭਾਈ ਲਹਿਣੇ 'ਚ ਐਸਾ ਕੀ ਵਿਸ਼ੇਸ਼ ਸੀ ਕਿ ਗੱਦੀ ਇਹਨਾਂ ਨੂੰ ਮਿਲ ਗਈ? ਤੇ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਬਾਬਾ ਬੁੱਢਾ ਜੀ ਤੁਸੀਂ ਇਹਨਾਂ ਨੂੰ ਸਮਝਾਓ। ਉੱਥੇ ਕਹਿੰਦੇ ਹਨ ਕਿ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਹੱਥ ਤੇ ਇੱਕ ਪੈਸਾ ਰੱਖ ਬਾਬਾ ਸ਼੍ਰੀ ਚੰਦ ਨੂੰ ਪੁੱਛਿਆ ਸੀ, ਗੁਰੂ ਨਾਨਕ ਜੀ ਦੇ ਹੱਥ 'ਚ ਕੀ ਹੈ? ਉਹਨਾਂ ਨੇ ਕਹਿ ਦਿੱਤਾ 1 ਪੈਸਾ ਹੈ, ਕਿਉਂਕਿ ਸਾਹਮਣੇ ਹੀ ਰੱਖਿਆ ਸੀ, ਕੋਈ ਪਰਦੇ 'ਚ ਕੋਈ ਲੁਕਾ ਕੇ ਨਹੀਂ। ਦੂਜੇ ਪੁੱਤਰ ਨੂੰ ਪੁੱਛਿਆ, ਤੁਸੀਂ ਦੱਸੋ ਗੁਰੂ ਨਾਨਕ ਜੀ ਦੇ ਹੱਥ 'ਚ ਕੀ ਹੈ? ਤੇ ਹੁਣ ਉਹਨੇ ਬਾਬਾ ਲక్ష్ਮੀ ਦਾਸ ਨੇ ਵੀ ਵੇਖਿਆ ਸੀ ਕਿ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਦੇ ਹੱਥ 'ਚ 1 ਪੈਸਾ ਰੱਖਦੇ ਨੇ, ਮੁੱਠ ਬੰਦ ਕਰਦੇ ਨੇ। ਉਹਨਾਂ ਵੀ ਉਸੇ ਤਰ੍ਹਾਂ ਉੱਤਰ ਦਿੱਤਾ, ਜੀ ਗੁਰੂ ਨਾਨਕ ਦੇ ਹੱਥ 'ਚ 1 ਪੈਸਾ ਹੈ, ਹੋਰ ਕੀ ਹੈ? ਬਾਬਾ ਸ਼੍ਰੀ ਚੰਦ ਵੀ ਦੱਸਿਆ, ਮੈਂ ਵੇਖਿਆ, ਤੁਸੀਂ ਸਭ ਨੇ ਵੇਖਿਆ ਹੈ। ਹੁਣ ਭਾਈ ਲਹਿਣੇ ਗੁਰੂ ਅੰਗਦ ਨੂੰ ਪੁੱਛਿਆ ਗਿਆ ਕਿ ਤੁਸੀਂ ਦੱਸੋ ਗੁਰੂ ਨਾਨਕ ਜੀ ਦੇ ਹੱਥ 'ਚ ਕੀ ਹੈ? ਹੁਣ ਭਾਵਨਾ 'ਚ ਵੇਖੋ ਫਰਕ ਕਿੰਨਾ ਹੈ, ਨਜ਼ਰ ਤੇ ਨਜ਼ਰੀਏ 'ਚ ਕਿੰਨਾ ਫਰਕ ਹੈ। ਚੀਜ਼ਾਂ ਉਹੀ ਹੁੰਦੀਆਂ ਹਨ, ਕੋਈ ਉਹਨੂੰ ਕਿਸੇ ਐਂਗਲ ਦੇ ਨਾਲ ਕਿਸੇ ਤਰੀਕੇ ਦੇ ਨਾਲ ਵੇਂਦਾ ਹੈ, ਕੋਈ ਉਹਨੂੰ ਕਿਸੇ ਤਰੀਕੇ ਦੇ ਨਾਲ ਵੇਂਦਾ ਹੈ। ਭਾਈ ਲਹਿਣੇ ਨੂੰ ਪੁੱਛਿਆ ਗਿਆ, ਤੁਸੀਂ ਦੱਸੋ ਗੁਰੂ ਨਾਨਕ ਦੇ ਹੱਥ 'ਚ ਕੀ ਹੈ? ਤੇ ਭਾਈ ਲਹਿਣਾ ਗੁਰੂ ਅੰਗਦ ਸਾਹਿਬ ਧੰਨ ਬਾਬਾ ਬੁੱਢਾ ਸਾਹਿਬ ਸਾਹਮਣੇ ਕਹਿਣ ਲੱਗੇ, ਜੀ ਮੇਰੇ 'ਚ ਇੰਨੀ ਤਾਕਤ ਨਹੀਂ ਹੈ, ਮੇਰੇ 'ਚ ਇੰਨੀ ਤਾਕਤ ਨਹੀਂ ਮੈਂ ਦੱਸ ਸਕਾਂ ਕਿ ਗੁਰੂ ਨਾਨਕ ਦੇ ਹੱਥ ਕੀ ਹੈ, ਕਿਉਂਕਿ ਕੁੱਲ ਕਾਇਨਾਤ ਹੀ ਗੁਰੂ ਨਾਨਕ ਦੇ ਹੱਥ 'ਚ ਹੈ, ਤੇ ਦੁਨੀਆ ਦੀ ਕੋਈ ਐਸੀ ਚੀਜ਼ ਹੈ ਹੀ ਨਹੀਂ ਹੈ ਜਿਹੜੀ ਗੁਰੂ ਨਾਨਕ ਦੇ ਹੱਥੋਂ ਬਾਹਰ ਹੋਏ। ਸਾਰਾ ਕੁਝ ਗੁਰੂ ਨਾਨਕ ਦੇ ਹੱਥ 'ਚ ਹੀ ਤੇ ਹੈ। ਹੁਣ ਇਹ ਵੇਖੋ ਭਾਵਨਾ। ਹੋ ਸਕਦਾ ਜੇ ਸਾਨੂੰ ਵੀ ਉੱਥੇ ਪੁੱਛਿਆ ਜਾਂਦਾ ਆਪਾਂ ਵੀ ਇਹੀ ਕਹਿਣਾ ਸੀ 1 ਪੈਸਾ ਹੈ, ਕਿਉਂਕਿ ਸਾਡੀ ਉੱਥੇ ਬਿਰਤੀ ਖੜੀ ਹੈ। ਭਾਈ ਲਹਿਣਾ ਉਸ ਸਿਖਰ ਤੇ ਪਹੁੰਚੇ ਸਨ ਜਿੱਥੇ ਉਹ ਗੁਰੂ ਨਾਨਕ ਨੂੰ ਗੁਰੂ ਨਾਨਕ ਨਹੀਂ ਬਲਕਿ ਨਿਰੰਕਾਰ ਦੇ ਰੂਪ ਦੇ ਵਿੱਚ ਵੇਂਦੇ ਸਨ, ਪਰਮੇਸ਼ਰ ਦੇ ਰੂਪ ਦੇ ਵਿੱਚ ਵੇਂਦੇ ਸਨ। ਸੋ ਫਿਰ ਜਿਹਾ ਭਾਓ ਤਿਹਾ ਫਲ ਪਾਈਆ, ਜਿੱਦਾਂ ਦੀ ਭਾਵਨਾ ਤੇ ਉਦਾਂ ਦਾ ਫਲ ਮਿਲਦਾ ਹੈ, ਕਿਉਂਕਿ ਗੱਲ ਭਾਵਨਾ ਤੇ ਆ ਕੇ ਨਿਬੜਦੀ ਹੈ। ਭਾਈ ਗੁਰਦਾਸ ਸਾਹਿਬ ਦੇ ਉਹ ਆਪਾਂ ਬਚਨ ਵੀ ਪੜ੍ਹਦੇ ਹਾਂ ਕਿ ਚਰਨ ਸ਼ਰਨ ਗੁਰ ਏਕ ਪੈਂਡਾ, ਜਾਏ ਚੱਲ ਸਤਿਗੁਰ ਕੋਟ ਪੈਂਡਾ, ਆਗੇ ਹੋਏ ਲੇਤ ਹੈ। ਉਹ ਹੁਣ ਕਿਹਨੂੰ ਗੁਰੂ ਕਰੋੜਾਂ ਕਦਮ ਚੱਲ ਕੇ ਅੱਗੇ ਲੈਣ ਦੇ ਲਈ ਜਾਂਦੇ ਹਨ? ਭਾਵਨਾ ਵਾਲੇ ਨੂੰ। ਨਹੀਂ ਤੇ ਬਿਨਾਂ ਭਾਵਨਾ ਵਾਲਾ ਤੇ ਗੁਰੂ ਕੇ ਦਰਬਾਰ 'ਚ ਆ ਕੇ ਵੀ ਗੁਰੂ ਤੱਕ ਪਹੁੰਚ ਨਹੀਂ ਪਾਉਂਦਾ ਹੈ।
ਬਿਨ ਭਾਗਾਂ ਸੱਚਾ ਸਤਿਗੁਰ ਨਾ ਮਿਲੈ, ਘਰ ਬੈਠਿਆਂ ਨਿਕਟ ਨਿਤ ਪਾਸ। ਮਾਇਆ ਧਾਰੀ ਅਹੰਕਾਰੀ ਗੁਰੂ ਕੇ ਦਰਬਾਰ 'ਚ ਆ ਕੇ ਵੀ ਗੁਰੂ ਨਾਲ ਜੁੜ ਨਹੀਂ ਪਾਉਂਦਾ ਹੈ। ਜਿਵੇਂ ਆਪਾਂ ਕੱਲ੍ਹ ਵੀ ਵਿਚਾਰ ਕੀਤੀ ਸੀ ਕਿ ਚੰਦਨ ਤੇ ਬਾਂਸ ਨੇੜੇ ਨੇੜੇ ਵੀ ਹੁੰਦੇ ਨੇ, ਪਰ ਫਿਰ ਵੀ ਬਾਂਸ ਦੀ ਸੁਗੰਧੀ ਚੰਦਨ ਗ੍ਰਹਿਣ ਨਹੀਂ ਕਰ ਪਾਉਂਦਾ ਹੈ। ਸੋ ਉਹ ਇੱਕ ਭਾਵਨਾ ਹੈ, ਇੱਕ ਭਰੋਸੇ ਪ੍ਰਤੀਤ ਦੀ ਖੇਡ ਹੈ, ਜਿੱਥੇ ਗੁਰੂ ਵੀ ਸਿੱਖ ਤੋਂ ਬਲਿਹਾਰ ਤੇ ਕੁਰਬਾਨ ਜਾਂਦੇ ਹਨ। ਉੱਥੇ ਭਾਈ ਗੁਰਦਾਸ ਸਾਹਿਬ ਨੇ ਇਹ ਵੀ ਬਚਨ ਕੀਤੇ ਕਿ ਇੱਕ ਐਸੀ ਅਵਸਥਾ ਆਉਂਦੀ ਹੈ, ਸਿੱਖ ਇੱਕ ਵਾਰ ਗੁਰੂ ਨੂੰ ਯਾਦ ਕਰਦਾ ਹੈ, ਗੁਰੂ ਕਰੋੜਾਂ ਵਾਰ ਆਪਣੇ ਸਿੱਖ ਨੂੰ ਯਾਦ ਕਰਦੇ ਹਨ। ਉਹ ਇੱਕ ਭਾਵਨਾ, ਇੱਕ ਅਵਸਥਾ ਦੀ ਗੱਲ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ। ਭਾਵਨਾ ਦੇ ਨਾਲ ਇੱਕ ਕੌਡੀ ਰੱਖੀ, ਗੁਰੂ ਨੇ ਕੁੱਲ ਦੁਨੀਆ ਦੇ ਖਜ਼ਾਨੇ ਝੋਲੀ 'ਚ ਪਾ ਦਿੱਤੇ। ਕਿਉਂਕਿ ਗੁਰੂ ਕੋਈ ਮਾਇਆ ਪੈਸਿਆਂ ਦਾ ਭੁੱਖਾ ਨਹੀਂ ਹੈ। ਗੋਬਿੰਦ ਭਾਉ ਭਗਤ ਦਾ। ਭਾਈ ਲਾਲੋ ਨੇ ਕੀ ਗੁਰੂ ਨਾਨਕ ਨੂੰ ਭੇਟ ਕੀਤਾ ਹੈ? ਮਲਕ ਭਾਗੋ ਤੇ ਸੋਨੇ ਚਾਂਦੀ ਤੇ ਧਨ ਦੇ ਥਾਲ ਲੈ ਕੇ ਖਲੋਤਾ ਕਿ ਗੁਰੂ ਨਾਨਕ ਜੀ ਮੇਰੀ ਭੇਟਾ ਕਬੂਲ ਕਰੋ। ਗੁਰੂ ਨਾਨਕ ਕਬੂਲ ਨਹੀਂ ਕਰਦੇ ਹਨ। ਭਾਈ ਲਾਲੋ ਦੇ ਕੋਲ ਕੀ ਹੈ? ਉਹ ਤੇ ਖਾਂਦਾ ਵੀ ਕੋਦਰੇ ਦੀ ਸੁੱਕੀ ਰੋਟੀ ਹੈ ਹੀ ਕੁਝ ਨਹੀਂ ਹੈ। ਪਰ ਗੁਰੂ ਨਾਨਕ ਦੀ ਸਾਰੀ ਖੁਸ਼ੀ ਭਾਈ ਲਾਲੋ ਦੀ ਝੋਲੀ 'ਚ ਪੈ ਗਈ। ਗੱਲ ਬਾਹਰ ਦੇ ਪੈਸੇ ਦੀ ਨਹੀਂ ਹੈ, ਗੱਲ ਅੰਦਰ ਦੀ ਭਾਵਨਾ ਦੀ ਹੈ। ਤੇ ਜਿਹਦੀ ਭਾਵਨਾ ਸੀ ਗੁਰੂ ਨਾਨਕ ਨੇ ਉਹਨੂੰ ਗਲੇ ਨਾਲ ਲਾ ਲਿਆ, ਤੇ ਜਿਹਦੀ ਭਾਵਨਾ ਨਹੀਂ ਸੀ ਉਹ ਰਹਿ ਗਿਆ ਖਾਲੀ ਦਾ ਖਾਲੀ ਮਾਇਆ ਦੇ ਹੰਕਾਰ 'ਚ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇ। ਕਿੰਨਾ ਭਰੋਸਾ ਸਾਡਾ ਗੁਰੂ ਪ੍ਰਤੀ ਹੋਣਾ ਚਾਹੀਦਾ ਹੈ। ਇਹਦੀ ਇੱਕ ਮਿਸਾਲ ਹੋਰ ਬੜੀ ਪਿਆਰੀ ਸਾਡੇ ਇਤਿਹਾਸ 'ਚੋਂ ਮਿਲਦੀ ਹੈ, ਭੈਣ ਨਾਨਕੀ ਦੀ। ਗੁਰੂ ਨਾਨਕ ਮਹਾਰਾਜ ਜੀ ਦੇ ਵੱਡੇ ਭੈਣ ਨਾਨਕੀ ਬੜੀ ਪ੍ਰੀਤ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੀ ਉਹਨਾਂ ਦੇ ਮਨ ਅੰਦਰ। ਤੇ ਸਾਡੇ ਇਤਿਹਾਸਕ ਗ੍ਰੰਥ ਤੇ ਖਾਸ ਤੌਰ ਤੇ ਕਾਨ ਸਿੰਘ ਨਾਭਾ ਜੀ ਵੱਲੋਂ ਲਿਖਿਆ ਹੋਇਆ ਮਹਾਨ ਸਿੱਖ ਪੰਥ ਦਾ ਗ੍ਰੰਥ ਹੈ ਮਹਾਨ ਕੋਸ਼। ਉਹਦੇ 'ਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਮਹਾਰਾਜ ਦੇ ਸਭ ਤੋਂ ਪਹਿਲੇ ਸਿੱਖ ਹਨ ਭੈਣ ਨਾਨਕੀ, ਬੇਬੇ ਨਾਨਕੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਕਹਿੰਦੇ ਵੇਈ 'ਚ ਗਏ ਇਸ਼ਨਾਨ ਦੇ ਲਈ, ਵਾਪਸ ਨਹੀਂ ਆਏ, ਰੌਲਾ ਪੈ ਗਿਆ। ਗੁਰੂ ਨਾਨਕ ਡੁੱਬ ਗਏ। ਕਿੱਥੇ ਗਏ ਗੁਰੂ ਨਾਨਕ? ਲੱਭ ਨਹੀਂ ਰਹੇ ਹਨ। ਭੈਣ ਨਾਨਕੀ ਨੂੰ ਵੀ ਦੱਸਿਆ ਗਿਆ ਜੀ ਤੁਹਾਡੇ ਭਰਾ ਬਾਰੇ ਪਤਾ ਕੁਝ ਨਹੀਂ ਲੱਗ ਰਿਹਾ, ਲੱਗਦਾ ਹੈ ਗੁਰੂ ਨਾਨਕ ਡੁੱਬ ਗਏ ਹਨ। ਭੈਣ ਨਾਨਕੀ ਚੁੱਪ ਰਹੇ, ਉਹਨਾਂ ਨੇ ਕੋਈ ਉੱਤਰ ਨਾ ਦਿੱਤਾ, ਹਾਂ ਨਾ ਦੇ ਵਿੱਚ ਐਨ ਚੁੱਪ ਸ਼ਾਂਤ। ਬੜੀ ਸ਼ਾਂਤ ਸੁਭਾਅ ਵਾਲੇ ਸਨ ਭੈਣ ਨਾਨਕੀ। ਹੁਣ ਦੁਬਾਰਾ ਫੇਰ ਆ ਕੇ ਕਿਹਾ ਗਿਆ, ਭੈਣ ਨਾਨਕੀ ਜੀ ਸਾਰਿਆਂ ਨੇ ਸਾਰੇ ਪਾਸੇ ਲੱਭ ਲੱਭ ਕੇ ਵੇਖ ਲਿਆ ਹੈ, ਗੁਰੂ ਨਾਨਕ ਦਾ ਪਤਾ ਨਹੀਂ। ਜੇ ਪਤਾ ਨਹੀਂ ਹੈ ਗੁਰੂ ਨਾਨਕ ਕਿੱਥੇ ਚਲੇ ਗਏ ਨੇ। ਤੀਜੇ ਨੇ ਫੇਰ ਆ ਕੇ ਕਿਹਾ, ਭੈਣ ਨਾਨਕੀ ਜੀ ਗੁਰੂ ਨਾਨਕ ਦਾ ਪਤਾ ਕੁਝ ਨਹੀਂ ਲੱਗ ਰਿਹਾ, ਲੱਗਦਾ ਹੈ ਗੁਰੂ ਨਾਨਕ ਵੇਈ 'ਚ ਡੁੱਬ ਗਏ ਹਨ। ਤੇ ਉੱਥੇ ਭੈਣ ਨਾਨਕੀ ਕਹਿਣ ਲੱਗੇ, ਨਹੀਂ ਲੱਭ ਰਹੇ ਗੱਲ ਵੱਖਰੀ ਹੈ। ਗੁਰੂ ਨਾਨਕ ਕਿੱਥੇ ਹਨ ਅਜੇ ਸਾਨੂੰ ਨਹੀਂ ਪਤਾ, ਗੱਲ ਵੱਖਰੀ ਹੈ। ਪਰ ਇੱਦਾਂ ਨਾ ਕਹੋ ਕਿ ਗੁਰੂ ਨਾਨਕ ਡੁੱਬ ਗਏ ਹਨ। ਕਹਿਣ ਲੱਗੇ ਜੀ ਕਿੱਦਾਂ ਨਾ ਕਹੀਏ, ਨਹੀਂ ਲੱਭ ਰਹੇ, ਨਹਾਉਣ ਗਏ ਬਾਹਰ ਨਹੀਂ ਆਏ ਤੇ ਡੁੱਬੇ ਹੀ ਹੋਣਗੇ। ਤੇ ਭੈਣ ਨਾਨਕੀ ਕਹਿਣ ਲੱਗੇ, ਨਹੀਂ ਗੁਰੂ ਨਾਨਕ ਕਦੇ ਡੁੱਬ ਨਹੀਂ ਸਕਦੇ, ਕਿਉਂਕਿ ਜਿਹੜਾ ਦੁਨੀਆ ਨੂੰ ਤਾਰਨ ਦੇ ਲਈ ਆਇਆ ਹੋਵੇ ਕਦੇ ਡੁੱਬ ਨਹੀਂ ਸਕਦਾ ਹੈ। ਕੱਲ ਤਾਰਨ ਗੁਰੂ ਨਾਨਕ ਆਇਆ, ਤੇ ਜਦੋਂ ਗੁਰੂ ਨਾਨਕ ਮਹਾਰਾਜ ਫਿਰ ਤੀਜੇ ਦਿਨ ਬਾਹਰ ਆਏ, ਪ੍ਰਗਟ ਹੋਏ, ਜਿੱਥੇ ਗੁਰੂ ਨਾਨਕ ਜੀ ਦੇ ਚਰਨਾਂ 'ਚ ਸਭ ਨੇ ਨਮਸਕਾਰਾਂ ਕੀਤੀਆਂ, ਉੱਥੇ ਸਿਜਦਾ ਹੋਇਆ ਭੈਣ ਨਾਨਕੀ ਦੇ ਭਰੋਸੇ ਨੂੰ। ਜਦੋਂ ਸਾਰਿਆਂ ਦੀ ਬਿਰਤੀ ਥਿੜਕ ਗਈ ਸੀ, ਭੈਣ ਨਾਨਕੀ ਦਾ ਭਰੋਸਾ ਉਦੋਂ ਵੀ ਬੱਝਿਆ ਰਿਹਾ, ਕਿਉਂਕਿ ਉਹ ਜਾਣਦੇ ਸਨ ਨਾਨਕ ਤੇ ਨਿਰੰਕਾਰ ਹੈ, ਪਰਮੇਸ਼ਰ ਹੈ। ਸੋ ਇਹ ਇੱਦਾਂ ਦੀ ਭਾਵਨਾ ਗੁਰੂ ਕਲਗੀਧਰ ਮਹਾਰਾਜ ਆਵਾਜ਼ ਦਿੰਦੇ ਨੇ, ਸਾਨੂੰ ਇੱਕ ਸੀਸ ਦੀ ਲੋੜ ਹੈ। ਉਹ ਕਿੱਦਾਂ ਦੀ ਦ੍ਰਿੜ ਭਾਵਨਾ ਹੋਵੇਗੀ, ਕਿੰਨਾ ਗੁਰੂ ਪ੍ਰਤੀ ਪਿਆਰ ਤੇ ਭਰੋਸਾ ਹੋਵੇਗਾ ਕਿ ਝੱਟ ਭਾਈ ਦਇਆ ਸਿੰਘ ਉੱਠ ਕੇ ਕਹਿਣ ਲੱਗੇ, ਮਹਾਰਾਜ ਮੇਰਾ ਸੀਸ ਹਾਜ਼ਰ ਜੇ, ਕੱਟ ਲਵੋ। ਇਹ ਚੀਜ਼ਾਂ ਕਹਿਣੀਆਂ ਬੜੀਆਂ ਸੌਖੀਆਂ ਹਨ। ਭਾਈ ਦਇਆ ਸਿੰਘ ਵੀ ਛੱਡੋ, ਉਹ ਤਾਂ ਪਹਿਲੇ ਆ ਗਏ। ਜਦੋਂ ਮਹਾਰਾਜ ਖੂਨ ਦੇਣ ਲੱਥ ਪੱਤ ਸ਼ਮਸ਼ੀਰ ਲੈ ਕੇ ਬਾਹਰ ਆਏ,
ਪਹਿਲੀ ਵਾਰ ਤੇ ਹੋ ਸਕਦਾ ਹੈ ਕਿ ਸਮਝਿਆ ਹੋਵੇ ਕਿ ਮਹਾਰਾਜ ਸ਼ਾਇਦ ਉੱਦਾਂ ਹੀ ਕਹਿ ਰਹੇ ਹਨ, ਮਾਰਦਾ ਕਿੱਥੇ ਆ, ਗੁਰੂ ਤੇ ਜੀਵਨ ਦਿੰਦੇ ਨੇ। ਮਹਾਰਾਜ ਜਦੋਂ ਖੂਨ ਦੇ ਨਾਲ ਲੱਥ-ਪੱਥ ਸ਼ਮਸ਼ੀਰ ਲੈ ਕੇ ਆਏ ਨੇ, ਦੂਜੀ ਵਾਰੀ ਫੇਰ ਆਵਾਜ਼ ਮਾਰੀ। ਉਹ ਦੂਜੇ ਦਾ ਭਰੋਸਾ ਕਿੰਨਾ ਪੱਕਾ ਹੋਵੇਗਾ ਜਿਹੜਾ ਮਰਨ ਦੇ ਲਈ ਉੱਠ ਖੜਾ ਹੋਇਆ। ਮਹਾਰਾਜ ਸਿਰ ਹਾਜ਼ਰ, ਤੀਜਾ ਚੌਥਾ ਪੰਜਵਾਂ। ਇਸੇ ਕਰਕੇ ਫਿਰ ਮਹਾਰਾਜ ਕਿਹਾ ਇਹ ਮੇਰੇ ਪਿਆਰੇ ਨੇ, ਪਿਆਰੇ ਜਿਹੜੇ ਮੇਰੀ ਖਾਤਰ ਹੱਸ ਕੇ ਮਰਨ ਦੇ ਲਈ ਤਿਆਰ ਹੋ। ਇਹ ਇੱਕ ਭਾਵਨਾ ਹੈ ਜਿਨ੍ਹਾਂ ਦੀ ਇਹ ਦ੍ਰਿੜ ਭਾਵਨਾ ਗੁਰੂ ਪ੍ਰਤੀ ਬਣਦੀ ਹੈ। ਫਿਰ ਉਹ ਗੁਰੂ ਦੀਆਂ ਰਹਿਮਤਾਂ ਵੀ ਲੈਂਦੇ ਨੇ ਤੇ ਉਹ ਰੱਬ ਜੀ ਦੀ ਅਭੇਦਤਾ ਤੇ ਇੱਕ ਮਿਕਤਾ ਵੀ ਹਾਸਲ ਕਰਦੇ ਨੇ। ਸੋ ਮਹਾਰਾਜ ਨੇ ਬਹੁਤ ਬਾਣੀ 'ਚ ਭਰੋਸਾ, ਪ੍ਰਤੀਤ, ਪ੍ਰੀਤ ਇਹਦਾ ਜ਼ਿਕਰ ਕੀਤਾ। ਰੇ ਮਨ ਐਸੀ ਹਰਸਿਓ ਪ੍ਰੀਤ ਕਰ, ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜੀਐ ਭੀ ਵਿਗਸੈ ਅਸਨੇ। ਗੁਰੂ ਕਹਿੰਦੇ ਰੇ ਮਨ ਕਿਉਂ ਛੁੱਟੈ ਬਿਨ ਪਿਆਰ, ਜੇ ਤੇਰੀ ਪ੍ਰੀਤ ਪਿਆਰ ਨਹੀਂ ਬਣਿਆ ਹੈ ਗੁਰੂ ਪ੍ਰਤੀ, ਵਾਹਿਗੁਰੂ ਪ੍ਰਤੀ, ਤੇ ਤੇਰਾ ਪਾਰ ਉਤਾਰਾ ਹੋਣਾ ਵੀ ਬੜਾ ਔਖਾ। ਸਾਚ ਕਉ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰੂ ਮਹਾਰਾਜ ਫਰਮਾਨ ਕਰਦੇ ਹਨ, ਭਾਵਨੀ ਸਾਧ ਸੰਗੇਣ, ਸਾਧ ਸੰਗਤ 'ਚ ਜੁੜ ਕੇ ਤੇ ਮਨੁੱਖ ਦੀ ਪਰਮਾਤਮਾ ਪ੍ਰਤੀ ਭਾਵਨਾ ਸ਼ਰਧਾ ਬਣਦੀ ਹੈ। ਲਵੰਤੰਗ ਬੜ ਭਾਗਣੈ, ਪਰ ਵੱਡਿਆਂ ਭਾਗਾਂ ਸਦਕਾ ਹੀ ਇਹ ਸਾਰੀ ਦੀ ਸਾਰੀ ਖੇਡ ਬਣਦੀ ਹੈ। ਭਾਗਾਂ ਤੋਂ ਬਿਨਾਂ ਨਹੀਂ। ਵਡਭਾਗੀ ਹਰ ਸੰਗਤ ਪਾਵੈ, ਵੱਡਿਆਂ ਭਾਗਾਂ ਸਦਕਾ ਸੰਗਤ, ਵੱਡਿਆਂ ਭਾਗਾਂ ਸਦਕਾ ਗੁਰੂ ਦਾ ਮਿਲਾਪ, ਵੱਡਿਆਂ ਭਾਗਾਂ ਸਦਕਾ ਗੁਰੂ ਦੇ ਦਰਸ਼ਨ ਹੁੰਦੇ ਨੇ ਤੇ ਵੱਡਿਆਂ ਭਾਗਾਂ ਸਦਕਾ ਹੀ ਗੁਰੂ ਪ੍ਰਤੀ ਭਰੋਸਾ ਬਣਦਾ ਹੈ ਮਨ ਅੰਦਰ। ਹਰ ਨਾਮ ਗੁਣ ਰਮਣੰ ਨਾਨਕ, ਸੰਸਾਰ ਸਾਗਰ ਨਹਿ ਵਿਆਪਣੈ। ਫਿਰ ਮਹਾਰਾਜ ਕਹਿੰਦੇ ਜਿਹੜੇ ਪਰਮਾਤਮਾ ਦੇ ਨਾਮ ਨੂੰ, ਵਾਹਿਗੁਰੂ ਜੀ ਦੇ ਗੁਣਾਂ ਨੂੰ ਬਾਰੰਬਾਰ ਆਪਣੇ ਹਿਰਦੇ 'ਚ ਯਾਦ ਕਰਦੇ ਨੇ ਤੇ ਆਉਂਦੇ ਨੇ, ਸੰਸਾਰ ਸਾਗਰ ਨਹਿ ਵਿਆਪਣੈ। ਉਹਨਾਂ ਨੂੰ ਸੰਸਾਰ ਰੂਪੀ ਸਮੁੰਦਰ ਤੇ ਇਸ ਸਮੁੰਦਰ ਦੀਆਂ ਜਿਹੜੀਆਂ ਵਿਸ਼ਿਆਂ ਵਿਕਾਰਾਂ ਦੀਆਂ ਲਹਿਰਾਂ, ਤ੍ਰਿਸ਼ਨਾ ਦੀ ਅੱਗ, ਜਾਂ ਫਿਰ ਹੋਰ ਤਰ੍ਹਾਂ ਦੇ ਜਿਹੜੇ ਐਬ ਹਨ ਉਹ ਨਹੀਂ ਪਾਉਂਦੇ ਹਨ, ਪ੍ਰਭਾਵਿਤ ਨਹੀਂ ਕਰ ਪਾਉਂਦੇ ਹਨ। ਜਿਹਦੇ ਕੋਲ ਗੁਰੂ ਦਾ ਉਪਦੇਸ਼ ਹੈ, ਵਾਹਿਗੁਰੂ ਦੇ ਨਾਮ ਦੀ ਦਾਤ ਜਿਹਦੇ ਕੋਲ ਹੈ, ਤੇ ਜਿਹਨੇ ਮਾਲਕ ਦੇ ਨਾਲ ਜੁੜ ਕੇ ਗੁਣ ਤੇ ਚੰਗਿਆਈਆਂ ਨੂੰ ਜੀਵਨ ਅੰਦਰ ਗ੍ਰਹਿਣ ਕਰ ਲਿਆ, ਫਿਰ ਉਹਨੂੰ ਵਿਕਾਰਾਂ ਦੀ ਅੱਗ ਸਾੜ ਨਹੀਂ ਪਾਉਂਦੀ ਹੈ, ਉਹਨੂੰ ਮੋਹ ਦਾ ਚਿੱਕੜ ਅਟਕਾ ਨਹੀਂ ਪਾਉਂਦਾ ਹੈ, ਉਹਨੂੰ ਵਿਸ਼ਿਆਂ ਦੀਆਂ ਲਹਿਰਾਂ ਰੋੜ ਨਹੀਂ ਪਾਉਂਦੀਆਂ ਹਨ। ਜਿਹੜਾ ਮਾਲਕ ਦੇ ਨਾਮ ਤੇ ਗੁਰੂ ਦੇ ਉਪਦੇਸ਼ ਤੇ ਸਤ ਸੰਗਤ ਦਾ ਧਾਰਨੀ ਬਣ ਗਿਆ। ਅੱਗੇ ਮਹਾਰਾਜ ਸੱਚੇ ਪਾਤਸ਼ਾਹ 10 ਨੰਬਰ ਸ਼ਲੋਕ 'ਚ ਫਰਮਾਨ ਕਰਦੇ ਹਨ, ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨੈ। ਗਾਥਾ ਭਾਵ ਪਰਮਾਤਮਾ ਦੀ ਸਿਫਤ ਸਲਾਹ, ਮਾਲਕ ਦੀ ਕਥਾ, ਮਾਲਕ ਦੀਆਂ ਵਡਿਆਈਆਂ ਬੜੀਆਂ ਗਹਿਰੀਆਂ ਹਨ, ਬਹੁਤ ਗਹਿਰੀਆਂ, ਤੇ ਉਹਨੂੰ ਸਮਝਣਾ ਹਰ ਇੱਕ ਦੇ ਸਮਰੱਥਾ ਦੀ ਗੱਲ ਨਹੀਂ ਹੈ। ਵੇਖੋ ਇਹ 2-3 ਚੀਜ਼ਾਂ ਹਨ। ਇੱਕ ਹੈ ਗਾਉਣਾ, ਗਾਉਣ ਵਾਲਿਆਂ ਦਾ ਜ਼ਿਕਰ ਕੀਤਾ ਹੈ ਬਾਣੀ 'ਚ ਮਹਾਰਾਜ ਨੇ ਕਿ ਬਹੁਤ ਉਹਨੂੰ ਗਾਉਂਦੇ ਹਨ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਜਿਹਨੂੰ ਤਾਕਤ ਮਿਲ ਗਈ ਉਹ ਵੀ ਉਹਦੇ ਗੁਣ ਗਾ ਰਿਹਾ ਹੈ, ਜਿਹਨੂੰ ਕੋਈ ਦਾਤ ਮਿਲ ਗਈ ਉਹ ਵੀ ਉਹਦੇ ਗੁਣ ਗਾਉਂਦਾ ਪਿਆ ਹੈ, ਜਿਹਨੂੰ ਕੋਈ ਵਿਦਿਆ ਚੰਗਾ ਗਿਆਨ ਪ੍ਰਾਪਤ ਹੋ ਗਿਆ ਉਹ ਆਪਣੀ ਵਿਦਿਆ ਦੇ ਸਹਾਰੇ ਵੀ ਉਹਨੂੰ ਗਾਉਂਦਾ ਹੈ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ। ਇੱਦਾਂ ਮਹਾਰਾਜ ਨੇ ਇਸ ਪੌੜੀ 'ਚ ਵੀ ਗਾਉਣ ਵਾਲਿਆਂ ਦਾ ਜ਼ਿਕਰ ਕੀਤਾ ਹੈ। ਅੱਗੇ ਚੱਲ ਕੇ ਆਪਾਂ ਫੇਰ ਪੜ੍ਹਦੇ ਹਾਂ, ਸੋ ਦਰ ਕਿਹਾ ਸੋ ਘਰ ਕਿਹਾ ਜਿਤਬੈ ਸਰਬ ਸੰਭਾਲੇ। ਉਸ ਪੌੜੀ ਅੰਦਰ ਵੀ ਮਹਾਰਾਜ ਨੇ ਕਿੰਨਾ ਗਾਉਣ ਵਾਲਿਆਂ ਦਾ ਜ਼ਿਕਰ ਕੀਤਾ। ਗਾਵਣ ਤੁਧਨੋ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਅਨੇਕਾਂ ਦਾ ਜ਼ਿਕਰ ਕਰਦਿਆਂ ਵੀ ਮਹਾਰਾਜ ਨੇ ਕਿਹਾ, ਹੋਰ ਕੇਤੇ ਤੁਧਨੋਂ ਗਾਵਣ ਸੇ ਮੈਂ ਚਿਤ ਨ ਆਵਣ, ਨਾਨਕ ਕਿਹਾ ਵਿਚਾਰੇ। ਕਿੰਨੇ ਗਾ ਰਹੇ ਨੇ ਮਾਲਕ ਜੀ ਜਿਨ੍ਹਾਂ ਦਾ ਸਾਨੂੰ ਚੇਤਾ ਵੀ ਨਹੀਂ ਆ, ਉਹ ਵੀ ਤੁਹਾਨੂੰ ਗਾਉਂਦੇ ਪਏ ਨੇ, ਜਿੱਥੋਂ ਤੱਕ ਦੀ ਸਾਨੂੰ ਸਮਝ ਨਹੀਂ। ਗਾਉਣ ਵਾਲੇ ਅਨੇਕਾਂ, ਪਰ ਜ਼ਰੂਰੀ ਨਹੀਂ ਹੈ ਜਿੰਨੇ ਗਾਉਂਦੇ ਨੇ ਸਾਰੇ ਸਮਝਦੇ ਵੀ ਹਨ ਤੇ ਸਾਰੇ ਉਹ ਬੁੱਝ ਵੀ ਪਾਉਂਦੇ ਹਨ ਜੋ ਗਾ ਰਹੇ ਹਨ। ਕਈ ਵਾਰ
ਆਪਾਂ ਜ਼ੁਬਾਨ ਤੋਂ ਗਾ ਜ਼ਰੂਰ ਰਹੇ ਹੁੰਦੇ ਹਾਂ। ਗਾਉਣ ਦਾ ਇੱਕ ਆਪਣਾ ਆਨੰਦ ਹੈ, ਉਹ ਆਨੰਦ ਵੀ ਆਪਾਂ ਲੈ ਰਹੇ ਹੁੰਦੇ ਹਾਂ, ਪਰ ਸਮਝ ਨਹੀਂ ਪਾਉਂਦੇ ਹਾਂ ਅਤੇ ਬਿਨਾਂ ਸਮਝ ਤੋਂ ਕਈ ਵਾਰ ਗਾਇਆ ਵੀ ਮਿੰਟਾਂ ਸਕਿੰਟਾਂ ਦੇ ਵਿੱਚ ਵਿਸਰ ਜਾਂਦਾ ਹੈ। ਗਾਉਣਾ ਇੱਕ ਵੱਖਰੀ ਗੱਲ ਹੈ, ਉਸ ਗਾਏ ਹੋਏ ਨੂੰ ਪੱਕਾ ਅੰਦਰ ਬਿਠਾ ਲੈਣਾ, ਸਮਝ ਲੈਣਾ, ਉਹ ਇੱਕ ਵੱਖਰੀ ਗੱਲ ਹੈ। ਜਿਵੇਂ ਕਹਿੰਦੇ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿੱਖ ਭਾਈ ਸੁਥਰਾ ਇੱਕ ਦਿਨ ਸ਼ਾਮਾਂ ਵੇਲੇ ਦੇ ਦੀਵਾਨ, ਅਤੇ ਅਜੇ ਗੁਰੂ ਸਾਹਿਬ ਦੀਵਾਨ ਦੇ ਵਿੱਚ ਹਾਜ਼ਰ ਨਹੀਂ ਸਨ, ਅਜੇ ਸਤਿਗੁਰੂ ਆਏ ਨਹੀਂ ਸਨ ਦੀਵਾਨ 'ਚ, ਪੰਡਾਲ ਅਸਥਾਨ 'ਚ, ਅਤੇ ਗੁਰੂ ਕੇ ਸਿੱਖ ਜੁੜੇ ਸਨ ਅਤੇ ਉਹਨਾਂ ਵੇਖਿਆ ਕਿ ਸੋਦਰ ਦਾ ਵਕਤ ਹੋ ਗਿਆ ਅਤੇ ਸੋਦਰ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਉਹ ਹੁਣ ਗਾਵਣ ਤੁਧਨੋਂ ਪਾਉਣ ਪਾਣੀ ਬੈਸੰਤਰ ਵਾਲੀਆਂ ਪੌੜੀਆਂ ਜਦੋਂ ਪੰਕਤੀਆਂ ਗਾਉਂਦੇ ਪਏ ਨੇ, ਅਤੇ ਭਾਈ ਸੁਥਰਾ ਆਇਆ, ਕਹਿਣ ਲੱਗਾ ਗਾਉਂਦੇ ਤੇ ਗਾਈ ਜਾਣ ਤੁਹਾਨੂੰ ਕੀ, ਉੱਚੀ ਆਵਾਜ਼ 'ਚ। ਉਹਨਾਂ ਬਹੁਤਾ ਧਿਆਨ ਨਾ ਦਿੱਤਾ। ਦੂਜੀ ਵਾਰੀ ਫੇਰ ਅਗਲੀ ਪੰਕਤੀ ਪੜ੍ਹੀ ਅਤੇ ਭਾਈ ਸੁਥਰੇ ਨੇ ਫੇਰ ਕਿਹਾ ਗਾਉਂਦੇ ਤੇ ਗਾਈ ਜਾਣ ਤੁਹਾਨੂੰ ਕੀ, 2 ਵਾਰ 3 ਵਾਰ ਕਿਹਾ, ਅਤੇ ਸਿੱਖ ਬੜੇ ਨਿਰਾਸ਼ ਹੋਏ ਅਤੇ ਭਾਈ ਸੁਥਰਾ ਮਿੰਟਾਂ 'ਚ ਹੀ ਗੁਰੂ ਦਰਬਾਰ ਤੋਂ ਚਲਾ ਗਿਆ। ਫਿਰ ਸਤਿਗੁਰੂ ਦਰਬਾਰ 'ਚ ਆਏ, ਸੋਦਰ ਦੇ ਪਾਠ ਦੀ ਸੰਪੂਰਨਤਾ ਹੋਈ। ਸਿੱਖ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਵੇਖੋ ਸੁਥਰੇ ਨੇ ਕਿੱਦਾਂ ਬਾਣੀ ਦੀ ਬੇਅਦਬੀ ਕੀਤੀ ਹੈ। ਅਸੀਂ ਪੜ੍ਹ ਰਹੇ ਸਾਂ ਅਤੇ ਆ ਕੇ ਕਹਿਣ ਲੱਗਾ ਗਾਉਂਦੇ ਤੇ ਗਾਈ ਜਾਣ, ਗਾਉਂਦੇ ਤੇ ਗਾਈ ਜਾਣ ਤੁਹਾਨੂੰ ਕੀ। ਮਹਾਰਾਜ ਕਹਿਣ ਲੱਗੇ ਕੋਈ ਨਾ, ਸੁਥਰਾ ਆਏਗਾ ਪੁੱਛ ਲਵਾਂਗੇ ਉਹਨੇ ਇੱਦਾਂ ਦੀ ਵਧੀਕੀ ਕਿਉਂ ਗੁਰੂ ਸੰਗਤ 'ਚ ਦਰਬਾਰ 'ਚ ਕੀਤੀ ਹੈ। ਪਰ ਭਾਈ ਸੁਥਰਾ ਆਇਆ ਹੀ ਨਾ। ਦੂਜੇ ਦਿਨ ਵੀ ਨਾ ਆਇਆ। 10 ਦਿਨ 15 ਦਿਨ ਲੰਘ ਗਏ। ਕਿੰਨੇ ਦਿਨਾਂ ਬਾਅਦ ਉਹ ਫਿਰ ਗੁਰੂ ਦਰਬਾਰ 'ਚ ਐਨ ਚੁੱਪ-ਚਾਪ ਆਇਆ, ਮੱਥਾ ਟੇਕਿਆ, ਬਹਿ ਗਿਆ। ਅਤੇ ਹੁਣ ਉਹ ਸਿੱਖ ਉਸੇ ਵਕਤ ਕਹਿਣ ਲੱਗੇ ਮਹਾਰਾਜ ਅੱਜ ਆਇਆ ਜੇ ਸੁਥਰਾ, ਇਹਨੂੰ ਪੁੱਛੋ ਉਦਣ ਇਹਨੇ ਕੀ ਕੀਤਾ ਸੀ ਸੰਗਤ 'ਚ। ਮਹਾਰਾਜ ਕਹਿਣ ਲੱਗੇ ਸੁਥਰਿਆ ਕੀ ਕੀਤਾ ਸੀ। ਅਤੇ ਭਾਈ ਸੁਥਰਾ ਕਹਿਣ ਲੱਗਾ ਮਹਾਰਾਜ ਮੈਂ ਤਾਂ ਕਿੰਨੇ ਦਿਨ ਸੰਗਤ 'ਚ ਹੀ ਨਹੀਂ ਆਇਆ। ਇਹ ਕਿੱਦਣ ਦੀ ਗੱਲ ਕਰ ਰਹੇ ਹਨ, ਕੀ ਗੱਲ ਕਰ ਰਹੇ ਹਨ, ਕੀ ਪੁੱਛ ਰਹੇ ਨੇ। ਉਹ ਕਹਿਣ ਲੱਗੇ ਸੁਥਰਿਆ ਹੁਣ ਜਾਣ ਕੇ ਅਣਜਾਣ ਨਾ ਬਣ, ਜਿੱਦਣ ਸੋਦਰ ਗਾਉਂਦੇ ਪਏ ਸਨ ਸਿੱਖ, ਅਤੇ ਤੂੰ ਸਾਹਮਣੇ ਆ ਕੇ ਕਿਹਾ ਸੀ ਗਾਉਂਦੇ ਤੇ ਗਾਈ ਜਾਣ, ਗਾਉਂਦੇ ਤੇ ਗਾਈ ਜਾਣ ਤੁਹਾਨੂੰ ਕੀ, ਭੁੱਲ ਗਿਆ ਹੈ। ਕਹਿਣ ਲੱਗਾ ਹਾਂ ਯਾਦ ਆ ਗਿਆ, ਇੱਕ ਦਿਨ ਕਿਹਾ ਸੀ ਇੱਦਾਂ। ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਈ ਸੁਥਰਾ ਕਹਿਣ ਲੱਗਾ ਮਹਾਰਾਜ ਤੁਸੀਂ ਜਿਹੜੀ ਸਜ਼ਾ ਦੇਣੀ ਹੋਵੇਗੀ ਦੇ ਦੇਣਾ, ਪਰ ਪਹਿਲਾਂ ਮੇਰੀ ਇੱਕ ਬੇਨਤੀ ਹੈ। ਮਹਾਰਾਜ ਕਹਿਣ ਲੱਗੇ ਕਿਹੜੀ। ਉਹ ਕਹਿਣ ਲੱਗਾ ਮਹਾਰਾਜ ਤੁਹਾਨੂੰ ਨਹੀਂ ਹੈ ਬੇਨਤੀ, ਬੇਨਤੀ ਇਹਨਾਂ ਨੂੰ ਹੈ ਜਿਹੜੇ ਮੇਰੀ ਤੁਹਾਡੇ ਕੋਲ ਸ਼ਿਕਾਇਤ ਕਰ ਰਹੇ ਨੇ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਿਸ ਵਕਤ ਮੈਂ ਇਹ ਕਿਹਾ ਸੀ ਕਿ ਗਾਉਂਦੇ ਤੇ ਗਾਈ ਜਾਣ, ਗਾਉਂਦੇ ਤੇ ਗਾਈ ਜਾਣ ਤੁਹਾਨੂੰ ਕੀ, ਉਦੋਂ ਕਿਹੜੀਆਂ ਪੰਕਤੀਆਂ ਤੁਸੀਂ ਪੜ੍ਹ ਰਹੇ ਸੀ, ਕਿਹੜੀਆਂ ਪੰਕਤੀਆਂ ਦਾ ਪਾਠ ਸੋਦਰ ਦੀ ਉਹ ਪੌੜੀ ਦਾ, ਕਿਹੜੀਆਂ ਪੰਕਤੀਆਂ ਪੜ੍ਹੀਆਂ ਜਾ ਰਹੀਆਂ ਸਨ ਜਦੋਂ ਮੈਂ ਕਿਹਾ ਸੀ ਗਾਉਂਦੇ ਤੇ ਗਾਈ ਜਾਣ। ਹੁਣ ਉਹ ਕਹਿਣ ਲੱਗੇ ਇੰਨਾ ਥੋੜ੍ਹਾ ਸਾਨੂੰ ਚੇਤਾ ਹੈ ਕਿ ਕਿਹੜੀ ਪੰਕਤੀ 'ਤੇ ਤੂੰ ਕਿਹਾ ਸੀ। ਅਤੇ ਫਿਰ ਭਾਈ ਸੁਥਰਾ ਕਹਿਣ ਲੱਗੇ ਮਹਾਰਾਜ ਅਸਲ ਦੇ ਵਿੱਚ ਇਹ ਤੁਹਾਡੇ ਸਿੱਖ ਨਹੀਂ ਹਨ, ਸਿੱਖ ਤੇ ਇਹ ਮੇਰੇ ਨੇ, ਸਿੱਖ ਤੇ ਮੇਰੇ ਹਨ, ਕਿਉਂਕਿ ਤੁਹਾਡੇ ਬਚਨ ਤਾਂ ਇਹਨਾਂ ਨੂੰ ਚੇਤੇ ਨਹੀਂ ਹਨ, ਬਚਨ ਤੇ ਇਹਨਾਂ ਨੂੰ ਮੇਰੇ ਚੇਤੇ ਹਨ, ਅਤੇ ਫਿਰ ਤਾਂ ਮੇਰੇ ਹੀ ਸਿੱਖ ਹੋਏ। ਮਹਾਰਾਜ ਸੱਚੇ ਪਾਤਸ਼ਾਹ ਸੁਣਦੇ ਹਨ ਅਤੇ ਉੱਥੇ ਸਿੱਖਾਂ ਨੂੰ ਕਹਿਣ ਲੱਗੇ ਵੇਖੋ ਇਹ ਵੀ ਇੱਕ ਅਣਗਹਿਲੀ ਹੈ ਕਿ ਸੁਥਰੇ ਦੇ ਬੋਲ ਤੇ ਤੁਹਾਨੂੰ ਮਹੀਨੇ ਬਾਅਦ ਵੀ ਚੇਤੇ ਹਨ, ਪਰ ਗੁਰ ਸ਼ਬਦ ਗੁਰਬਾਣੀ ਦੇ ਬੋਲ ਤੁਹਾਨੂੰ ਵਿਸਰ ਵੀ ਗਏ ਕਿ ਕਿਹੜੀ ਪੰਕਤੀ 'ਤੇ ਸੁਥਰਾ ਬੋਲਿਆ ਸੀ। ਸੋ ਇਹ ਕਹਿਣ ਦਾ ਭਾਵ ਕਿ ਜਿੰਨਾ ਧਿਆਨ ਅਸੀਂ ਬਾਹਰ ਦੀਆਂ ਗੱਲਾਂ 'ਚ ਦਿੰਦੇ ਹਾਂ, ਦੂਜਿਆਂ ਦੀਆਂ ਗੱਲਾਂ 'ਚ ਦਿੰਦੇ ਹਾਂ, ਓਨਾ ਧਿਆਨ ਓਨਾ ਗਹਿਰਾ ਸਾਡਾ ਬਾਣੀ ਨੂੰ ਗੁਰੂ ਦੇ ਸ਼ਬਦ ਨੂੰ ਸੁਣਨਾ ਨਹੀਂ ਹੁੰਦਾ ਹੈ। ਇਸੇ ਕਰਕੇ ਇੱਧਰੋਂ ਸੁਣਿਆ ਅਤੇ ਇੱਧਰ ਵਿਸਰ ਗਿਆ। ਗਾਉਣ ਦਾ ਰਸ ਤਾਂ ਆਪਾਂ ਲੈ ਰਹੇ ਹੁੰਦੇ ਹਾਂ, ਪਰ ਕੀ ਗਾ ਰਹੇ ਹਾਂ, ਕੀ ਉਹ ਗਾਉਣ ਵਾਲੀ ਪੰਕਤੀ ਦੇ ਵਿੱਚ ਹੈ, ਉਹਨੂੰ ਸਮਝ ਨਹੀਂ ਪਾਉਂਦੇ ਹਾਂ। ਇਸੇ ਕਰਕੇ ਮਹਾਰਾਜ ਕਹਿੰਦੇ ਗਾਉਣ ਵਾਲੇ ਤੇ ਬੜੇ ਹੋਰ ਕੇਤੇ ਤੁਧਨੋਂ ਗਾਵਣ ਸੇ ਮੈਂ ਚਿਤ ਨਾ ਆਵਣ, ਪਰ ਸਮਝਣ ਵਾਲਿਆਂ ਦੀ ਗੱਲ ਕਰਦਿਆਂ ਮਹਾਰਾਜ ਕਹਿੰਦੇ ਸਮਝਣੰ ਬਿਰਲਾ ਜਨੈ
ਵਾਹਿਗੁਰੂ ਦੀ ਜਿਹੜੀ ਅਪਾਰ ਤੇ ਬੇਅੰਤ ਕਥਾ ਹੈ, ਗਾਥਾ ਹੈ, ਸਿਫਤ ਸਲਾਹ ਹੈ, ਉਹਨੂੰ ਵਿਰਲੇ ਹੀ ਸਮਝ ਪਾਉਂਦੇ ਹਨ, ਬਹੁਤ ਵਿਰਲੇ। ਤੂੰ ਬੇਅੰਤ ਕੋ ਵਿਰਲਾ ਜਾਣੈ, ਬਹੁਤ ਘੱਟ ਹਨ ਜਿਹੜੇ ਸਮਝ ਪਾਉਂਦੇ ਹਨ। ਤੇ ਜਿਨ੍ਹੇ ਸਮਝ ਲਿਆ ਉਹਦੀ ਫਿਰ ਅਵਸਥਾ ਕੀ ਬਣਦੀ ਆ? ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮੈ। ਉਹ ਫਿਰ ਸਾਧ ਸੰਗਤ 'ਚ ਜੁੜ ਕੇ ਹਮੇਸ਼ਾ ਪਰਮਾਤਮਾ ਨੂੰ ਧਿਆਉਂਦਾ ਹੈ। ਤੇ ਜਿਹੜੀਆਂ ਸੰਸਾਰ ਦੀਆਂ ਕਾਮਨਾਵਾਂ ਨੇ, ਵਾਸ਼ਨਾਵਾਂ ਹਨ, ਉਹਨਾਂ ਦਾ ਉਹ ਤਿਆਗ ਕਰ ਦਿੰਦਾ ਹੈ, ਕਿਉਂਕਿ ਸਮਝ ਪੈ ਗਈ ਇਹਨਾਂ ਵਾਸ਼ਨਾਵਾਂ ਕਰਕੇ ਹੀ ਮਨ ਭਟਕਦਾ ਹੈ। ਉਹ ਫਿਰ ਗੁਰਮੁਖ ਸਤ ਸੰਗਤ 'ਚ ਜੁੜ ਕੇ ਤੇ ਮਨ ਦੀਆਂ ਵਾਸ਼ਨਾਵਾਂ ਦਾ ਤਿਆਗ ਕਰਦਾ ਹੈ। ਕਿਉਂਕਿ ਇੱਕ ਹੈ ਸਾਡੀ ਜ਼ਰੂਰਤ, ਇੱਕ ਹੈ ਸਾਡੇ ਅੰਦਰ ਦੀਆਂ ਵਾਸ਼ਨਾਵਾਂ। ਜ਼ਰੂਰਤਾਂ ਤਾਂ ਪੂਰੀਆਂ ਹੋ ਜਾਂਦੀਆਂ ਨੇ, ਪਰ ਤ੍ਰਿਸ਼ਨਾ ਪੂਰੀ ਨਹੀਂ ਹੁੰਦੀ। ਵਾਸ਼ਨਾਵਾਂ ਅੱਗੇ ਤੋਂ ਅੱਗੇ ਲਗਾਤਾਰ ਵੱਧਦੀਆਂ ਜਾਂਦੀਆਂ ਨੇ, ਭੁੱਖ ਅੱਗੇ ਤੋਂ ਅੱਗੇ ਵੱਧਦੀ ਜਾਂਦੀ ਹੈ। ਸੋ ਮਹਾਰਾਜ ਕਹਿੰਦੇ ਇਹ ਭੁੱਖ, ਇਹ ਵਾਸ਼ਨਾ, ਇਹ ਵੀ ਮੁੱਕ ਜਾਂਦੀ ਹੈ। ਪਰ ਕਦੋਂ? ਜਦੋਂ ਆਪਾਂ ਗੁਰੂ ਦੇ ਸ਼ਬਦ ਨਾਮ ਬਾਣੀ ਦਾ ਸਹਾਰਾ ਲੈਂਦੇ ਹਾਂ। ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ। ਜੀਵਨ 'ਚ ਸੰਤੋਖ ਹੀ ਨਹੀਂ, ਮਹਾ ਸੰਤੋਖ ਆਣ ਵਰਤਦਾ ਹੈ। ਅਕਾਲ ਪੁਰਖ ਦੇ ਵਿੱਚ ਧਿਆਨ ਤੇ ਸੁਰਤ ਵੀ ਜੁੜਦੀ ਹੈ, ਔਰ ਤ੍ਰਿਸ਼ਨਾ ਬੁਝੈ ਹਰਿ ਕੈ ਨਾਮ। ਤ੍ਰਿਸ਼ਨਾ ਵੀ ਜੀਵਨ 'ਚੋਂ ਬੁਝ ਜਾਂਦੀ ਹੈ। ਅੱਗੇ ਮਹਾਰਾਜ 11 ਨੰਬਰ ਸ਼ਲੋਕ 'ਚ ਫਰਮਾਨ ਕਰਦੇ ਹਨ, ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸਨੈ। ਜਿਹੜੇ ਗੁਰੂ ਦੇ, ਗੁਰਮੁਖਾਂ ਦੇ, ਭਲੇ ਪੁਰਖਾਂ ਦੇ ਜਿਹੜੇ ਬਚਨ ਹਨ ਉਹ ਸੁਮੰਤਰ, ਸ੍ਰੇਸ਼ਟ ਮੰਤਰ ਹਨ, ਸ੍ਰੇਸ਼ਟ ਬੋਲ ਹਨ, ਸ੍ਰੇਸ਼ਟ ਉਪਦੇਸ਼ ਹਨ। ਤੇ ਉਹਨਾਂ ਦੀ ਬਰਕਤ ਸਦਕਾ ਕੀ ਹੁੰਦਾ ਹੈ? ਕੋਟ ਦੋਖ ਬਿਨਾਸਨੈ। ਕਰੋੜਾਂ ਦੋਖ, ਪਾਪ, ਅਵਗਣ ਤੇ ਐਬ ਖਤਮ ਹੁੰਦੇ ਹਨ ਜਦੋਂ ਆਪਾਂ ਚੰਗੀ ਸਿੱਖਿਆ ਸੁਣਦੇ ਹਾਂ। ਸੰਗਤ ਦੀ ਰੰਗਤ ਹਰ ਮਨੁੱਖ ਦੇ ਮਨ ਤੇ ਚੜ੍ਹਦੀ ਹੈ। ਮਹਾਰਾਜ ਇਸੇ ਕਰਕੇ ਕਹਿੰਦੇ ਹਨ ਕਿ ਮਨ ਜਿੱਦਾਂ ਦੀ ਸੰਗਤ ਕਰਦਾ ਹੈ ਉੱਦਾਂ ਦਾ ਇਹਨੂੰ ਫਲ ਮਿਲਦਾ ਹੈ। ਜੇ ਬੰਦਾ ਭਲਿਆਂ ਦੀ ਸੰਗਤ ਕਰਦਾ ਹੈ ਤੇ ਭਲਾ ਹੈ, ਜੇ ਬੁਰਿਆਂ ਦੀ ਸੰਗਤ ਕਰਦਾ ਹੈ ਤੇ ਬੁਰਾ ਹੈ। ਕਿਉਂਕਿ ਸੰਗਤ ਦਾ ਪ੍ਰਭਾਵ ਮਨ ਤੇ ਪਿਆ। ਤੇ ਜੇ ਚੰਗੇ ਸੁਭਾਅ ਵਾਲਿਆਂ, ਭਲੇ ਸੁਭਾਅ ਵਾਲਿਆਂ, ਭਲੇ ਕਰਮਾਂ ਵਾਲਿਆਂ ਦੀ ਸੰਗਤ ਬੰਦਾ ਕਰ ਰਿਹਾ ਹੈ, ਫਿਰ ਕੁਦਰਤੀ ਸੁਭਾਅ ਉਸੇ ਤਰ੍ਹਾਂ ਦਾ ਭਲਾ ਹੈ। ਜੇ ਮਾੜੇ ਸੁਭਾਅ ਤੇ ਮਾੜੇ ਕਰਮਾਂ ਵਾਲਿਆਂ ਦੀ ਸੰਗਤ ਕਰ ਰਿਹਾ ਹੈ, ਉਸੇ ਤਰ੍ਹਾਂ ਦੀ ਰੰਗਤ ਮਨ ਤੇ ਚੜ੍ਹੀ। ਸੰਗਤ ਮਨੁੱਖ ਨੂੰ ਕਾਇਰ ਵੀ ਬਣਾ ਸਕਦੀ ਹੈ, ਸੰਗਤ ਮਨੁੱਖ ਨੂੰ ਸੂਰਮਾ ਵੀ ਬਣਾ ਸਕਦੀ ਹੈ। ਪਰ ਸ਼ਰਤ ਇਹ ਹੈ ਕਿ ਆਪਾਂ ਸੰਗਤ ਕਾਇਰਾਂ ਦੀ ਕਰ ਰਹੇ ਹਾਂ ਕਿ ਆਪਾਂ ਸੰਗਤ ਸੂਰਮਿਆਂ ਦੀ ਕਰ ਰਹੇ ਹਾਂ। ਸੰਗਤ ਮਨੁੱਖ ਨੂੰ ਪਾਪੀ ਵੀ ਬਣਾ ਸਕਦੀ ਹੈ, ਸੰਗਤ ਮਨੁੱਖ ਨੂੰ ਧਰਮੀ ਵੀ ਬਣਾ ਸਕਦੀ ਹੈ। ਪਰ ਇਹ ਸਾਡੇ ਤੇ ਹੈ ਕਿ ਆਪਾਂ ਪਾਪੀਆਂ ਦੀ ਸੰਗਤ ਕਰ ਰਹੇ ਹਾਂ ਕਿ ਆਪਾਂ ਧਰਮੀਆਂ ਦੀ ਸੰਗਤ ਕਰ ਰਹੇ ਹਾਂ। ਜਿੱਦਾਂ ਦੀ ਸੰਗਤ, ਕੁੜਿਆਰ ਤੇ ਸਚਿਆਰ, ਇਹ ਬੰਦਾ ਕੁੜਿਆਰ ਵੀ ਬਣ ਸਕਦਾ ਕੁੜਿਆਰਾਂ ਦੀ ਸੰਗਤ ਕਰਕੇ, ਸਚਿਆਰ ਬਣ ਸਕਦਾ ਸਚਿਆਰਾਂ ਦੀ ਸੰਗਤ ਕਰਕੇ। ਜਿੱਦਾਂ ਦੀ ਸੰਗਤ ਉੱਦਾਂ ਦੀ ਰੰਗਤ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਭਲੇ ਪੁਰਖ ਹਨ ਉਹਨਾਂ ਦੇ ਬਚਨ ਵੀ ਭਲੇ। ਤੇ ਜਦੋਂ ਬੰਦਾ ਭਲਿਆਂ ਦੀ ਸੰਗਤ ਦੇ ਵਿੱਚ ਜੁੜਦਾ ਹੈ, ਕੁਦਰਤੀ ਚੰਗੀਆਂ ਵਿਚਾਰਾਂ ਇਹਨੂੰ ਸੁਣਨ ਦੇ ਲਈ ਮਿਲਦੀਆਂ ਹਨ ਤੇ ਭਲਿਆਂ ਦੇ ਭਲੇ ਕਰਮ ਇਹ ਵੇਂਦਾ ਹੈ ਤੇ ਇਹਦਾ ਵੀ ਸੁਭਾਅ ਭਲਾ, ਗੁਣਵਾਨ ਤੇ ਉੱਤਮ ਬਣਦਾ ਹੈ। ਜਿਵੇਂ ਆਪਾਂ ਇਹ ਕਈ ਵਾਰ ਵਿਚਾਰ ਕੀਤੀ ਹੈ ਕਿ ਬੈਠੀਐ ਪਾਸ ਬੜਨ ਕੇ ਹੋਤ ਬੜਨ ਸਿਉ ਮੇਲ, ਸਭੀ ਕਹਿਤ ਕੇ ਬੜਤ ਹੈ ਬਿਰਖ ਬਰਾਬਰ ਬੇਲ। ਵੇਲ ਆਪ ਉੱਚਾ ਨਹੀਂ ਜਾ ਸਕਦੀ ਹੈ, ਪਰ ਜੇ ਉਹਨੂੰ ਕਿਸੇ ਦਰਖਤ ਦੀ ਸੰਗਤ ਪ੍ਰਾਪਤ ਹੋ ਜਾਵੇ ਤੇ ਉਹ ਵੀ ਕਿੰਨੀ ਉੱਚੀ ਪਹੁੰਚ ਜਾਂਦੀ। ਇਸੇ ਤਰ੍ਹਾਂ ਕਈ ਵਾਰ ਬੰਦਾ ਆਪਣੇ ਆਪ ਦੇ ਵਿੱਚ ਸਮਰੱਥ ਨਹੀਂ ਹੁੰਦਾ ਉੱਚੀਆਂ ਉਡਾਰੀਆਂ ਮਾਰ ਸਕੇ, ਪਰ ਚੰਗੀ ਸੰਗਤ ਪ੍ਰਾਪਤ ਹੋ ਗਈ ਤੇ ਚੰਗੀ ਸੰਗਤ ਨੇ ਉਹਨੂੰ ਵੀ ਬਹੁਤ ਉੱਚਾ ਚੁੱਕ ਦਿੱਤਾ। ਉੱਤਮ ਸੰਗਤ ਉੱਤਮ ਹੋਵੇ, ਗੁਣ ਕੋ ਧਾਵੈ
ਅਵਗੁਣ ਧੋਵੇ। ਤੇ ਚੰਗੇ ਉਪਦੇਸ਼ ਚੰਗੀਆਂ ਸਿੱਖਿਆਵਾਂ ਵੀ ਸਾਨੂੰ ਚੰਗੀ ਸੰਗਤ ਦੇ ਵਿੱਚੋਂ, ਗੁਰੂ ਦੀ ਸੰਗਤ ਦੇ ਵਿੱਚੋਂ ਜੁੜ ਕੇ ਮਿਲਦੀਆਂ ਨੇ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਗੁਰੂ ਦੇ ਬਚਨ ਹਨ, ਉੱਤਮ ਬਚਨ ਹਨ, ਪਰਮੇਸ਼ਰ ਨਿਰੰਕਾਰ ਦੇ ਘਰ ਤੋਂ ਆਏ ਹੋਏ ਬੋਲ ਹਨ, ਇਲਾਹੀ ਬੋਲ ਹਨ। ਤੇ ਉਹ ਜਿਹਨੂੰ ਉਹ ਬੋਲ, ਉਹ ਬਚਨ, ਉਹ ਉਪਦੇਸ਼ ਪ੍ਰਾਪਤ ਹੋ ਗਏ, ਉਹਦੇ ਕੋਟ ਦੋਖ ਬਿਨਾਸਨੈ, ਕਰੋੜਾਂ ਦੁੱਖ ਰੋਗ ਸੋਗ ਪਾਪ ਉਹਦੇ ਜੀਵਨ ਚੋਂ ਮੁੱਕ ਜਾਂਦੇ ਨੇ। ਹਰ ਚਰਨ ਕਮਲ ਧਿਆਨੰ, ਨਾਨਕ ਕੁਲ ਸਮੂਹ ਉਦਾਹਰਣ ਹੈ। ਵਾਹਿਗੁਰੂ ਜੀ ਦੇ ਕਮਲ ਵਰਗੇ ਚਰਨਾਂ ਦਾ ਧਿਆਨ ਧਰਨ ਸਦਕਾ ਨਾ ਕੇਵਲ ਮਨੁੱਖ ਆਪ ਉਧਰਦਾ ਹੈ, ਪਾਰ ਲੰਘਦਾ ਹੈ, ਬਲਕਿ ਆਪਣੀਆਂ ਕੁੱਲਾਂ ਦਾ ਵੀ ਉਧਾਰ ਕਰਨ ਦੇ ਉਹ ਸਮਰੱਥ ਬਣਦਾ ਜੇ ਜਿਹੜਾ ਵਾਹਿਗੁਰੂ ਦੇ ਕਮਲ ਵਰਗੇ ਚਰਨਾਂ ਦਾ ਧਿਆਨ ਧਰਦਾ ਤੇ ਗੁਰੂ ਦੇ ਅਤ ਉੱਤਮ ਸ੍ਰੇਸ਼ਟ ਤੇ ਨਿਰੰਕਾਰੀ ਬੋਲਾਂ ਦੇ ਨਾਲ ਜੋ ਮਨੁੱਖ ਜੁੜ ਜਾਂਦਾ ਹੈ। ਅੱਗੇ ਮਹਾਰਾਜ 12 ਨੰਬਰ ਸ਼ਲੋਕ 'ਚ ਫਰਮਾਨ ਕਰਦੇ ਹਨ, ਸੁੰਦਰ ਮੰਦਰ ਸੈਣੈ ਜੇਣ ਮੱਧਿਆ ਹਰ ਕੀਰਤਨੈ। ਮਹਾਰਾਜ ਕਹਿੰਦੇ ਉਹ ਘਰ ਸਮਝੋ ਬਹੁਤ ਸੁੰਦਰ ਹੈ, ਸੌਣ ਦੇ ਲਈ, ਰਹਿਣ ਦੇ ਲਈ, ਨਿਵਾਸ ਦੇ ਲਈ। ਜੇਣ ਮੱਧਿਆ ਹਰ ਕੀਰਤਨੈ, ਜਿਹੜੇ ਘਰ 'ਚ ਪਰਮਾਤਮਾ ਦੀ ਕੀਰਤੀ ਹੁੰਦੀ ਹੈ, ਵਾਹਿਗੁਰੂ ਦੀ ਸਿਫਤ ਸਲਾਹ ਹੁੰਦੀ ਹੈ। ਔਰ ਗੁਰੂ ਨਾਨਕ ਮਹਾਰਾਜ ਬਾਰੇ ਭਾਈ ਗੁਰਦਾਸ ਸਾਹਿਬ ਕਹਿੰਦੇ, ਜਿਸ ਵਕਤ ਸਤਿਗੁਰੂ ਚੜ੍ਹਿਆ ਸੋਧਣ ਧਰਤ ਲੁਕਾਈ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਕਲਾ ਵਰਤਾਈ ਸੀ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ। ਇੱਕ ਹੈ ਆਪਾਂ ਜਿੱਥੇ ਜੁੜੇ ਹਾਂ, ਇਹ ਕੀ ਹੈ? ਇਹਨੂੰ ਆਪਾਂ ਕਹਿੰਦੇ ਹਾਂ ਗੁਰਦੁਆਰਾ, ਗੁਰੂ ਘਰ। ਪੁਰਾਣੇ ਸਮਿਆਂ ਦੇ ਵਿੱਚ ਧਰਮਸ਼ਾਲਾ ਕਿਹਾ ਜਾਂਦਾ ਸੀ। ਦੂਜੇ ਨੰਬਰ 'ਤੇ ਮਹਾਰਾਜ ਕਹਿੰਦੇ ਸਿੱਖ ਦਾ ਘਰ ਹੀ ਧਰਮਸ਼ਾਲਾ ਹੋਵੇ, ਸਿੱਖ ਦਾ ਘਰ ਹੀ ਗੁਰੂ ਘਰ ਹੋਵੇ, ਗੁਰਦੁਆਰਾ ਹੋਵੇ। ਜਿਵੇਂ ਇੱਥੇ ਨਾਮ ਬਾਣੀ ਦੇ ਪ੍ਰਵਾਹ ਚੱਲਦੇ ਨੇ, ਸਿੱਖ ਦੇ ਘਰ 'ਚ ਵੀ ਨਾਮ ਬਾਣੀ ਦੇ ਪ੍ਰਵਾਹ ਚੱਲਣ। ਜਿੱਦਾਂ ਆਪਾਂ ਇੱਥੇ ਕਹਿੰਦੇ ਆ ਕਿ ਗੁਰਦੁਆਰੇ ਖੜੇ ਆ ਭਾਈ, ਝੂਠ ਨਹੀਂ ਬੋਲਣਾ, ਕਿਸੇ ਦੀ ਨਿੰਦਿਆ ਨਹੀਂ ਕਰਨੀ, ਮਾੜਾ ਨਹੀਂ ਬੋਲਣਾ, ਇੱਦਾਂ ਸਿੱਖ ਇਹ ਸਮਝੇ ਕਿ ਮੇਰਾ ਘਰ ਵੀ ਮੇਰਾ ਘਰ ਨਹੀਂ ਹੈ, ਮੇਰੇ ਗੁਰੂ ਦਾ ਘਰ ਹੈ, ਗੁਰੂ ਦਾ ਬਖਸ਼ਿਆ ਹੋਇਆ ਘਰ ਹੈ। ਤੇ ਜਿਵੇਂ ਇੱਥੇ ਆਪਾਂ ਕਹਿੰਦੇ ਆ ਬੁਰਾਈਆਂ ਤੋਂ ਬਚਣਾ, ਉੱਦਾਂ ਉੱਥੇ ਵੀ ਬੁਰਾਈਆਂ ਤੋਂ ਬਚਣਾ ਹੈ। ਫਿਰ ਤੇ ਹੈ ਘਰ ਸਕਾਰਤ, ਘਰ ਸਫਲ, ਘਰ ਧਰਮਸ਼ਾਲਾ। ਤੇ ਜੇ ਘਰ 'ਚ ਰੱਬ ਨੂੰ ਯਾਦ ਹੀ ਨਹੀਂ ਕੀਤਾ ਜਾਂਦਾ, ਹਰ ਵਕਤ ਦੂਜਿਆਂ ਦੀਆਂ ਬੁਰਾਈਆਂ, ਤੇ ਮਹਾਰਾਜ ਫਿਰ ਉਹ ਘਰ ਨੂੰ ਘਰ ਨਹੀਂ ਕਹਿੰਦੇ, ਉਹ ਘਰ ਨੂੰ ਉਜਾੜ ਕਹਿੰਦੇ ਹਨ, ਉਹ ਘਰ ਨੂੰ ਸ਼ਮਸ਼ਾਨ ਕਹਿੰਦੇ ਹਨ। ਜਿਹੜੇ ਘਰ 'ਚ ਰਹਿੰਦਿਆਂ ਸਾਨੂੰ ਰੱਬ ਹੀ ਚੇਤੇ ਨਹੀਂ ਹੈ। ਗੁਰੂ ਨਾਨਕ ਮਹਾਰਾਜ ਦਾ ਸ੍ਰੀ ਰਾਗ ਦਾ ਪਹਿਲਾ ਸ਼ਬਦ ਹੈ, ਕਹਿੰਦੇ ਗੁਰੂ ਕਿਆ ਸਿੱਖਾ, ਮੈਂ ਚਾਹੁੰਦਾ ਤੇਰਾ ਘਰ ਬੜਾ ਸੋਹਣਾ ਹੋਵੇ। ਲੋਕ ਇੱਟਾਂ ਦਾ, ਗਾਰੇ ਦਾ, ਚੂਨੇ ਦਾ ਘਰ ਬਣਾਉਂਦੇ ਨੇ, ਬਾਹਰ ਪੱਥਰ ਆਦਿਕ ਲਗਾਉਂਦੇ। ਮਹਾਰਾਜ ਕਹਿੰਦੇ ਮੈਂ ਚਾਹੁੰਦਾ ਹਾਂ ਤੇਰਾ ਘਰ ਹੀਰਿਆਂ ਮੋਤੀਆਂ ਦਾ ਬਣਿਆ ਹੋਵੇ, ਸੋਹਣੇ ਸੋਹਣੇ ਹੀਰੇ ਮੋਤੀ ਉਸ ਘਰ 'ਤੇ ਜੜੇ ਹੋਣ, ਸੋਹਣੀਆਂ ਸੋਹਣੀਆਂ ਉਸ ਘਰ ਦੇ ਅੰਦਰੋਂ ਸੁਗੰਧੀਆਂ ਵੀ ਆਉਂਦੀਆਂ ਹੋਣ। ਪਰ ਸ਼ਰਤ ਇਹ ਹੈ ਕਿ ਉਸ ਘਰ 'ਚ ਰਹਿੰਦਿਆਂ ਤੈਨੂੰ ਰੱਬ ਨਹੀਂ ਭੁੱਲਣਾ ਚਾਹੀਦਾ ਹੈ। ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਤੇ ਜੇ ਰੱਬ ਭੁੱਲ ਗਿਆ, ਦਾਤ ਪਿਆਰੀ ਤੇ ਦਾਤਾਰ ਵਿਸਰ ਗਿਆ, ਤੇ ਫਿਰ ਉਹ ਘਰ ਵੀ ਉਜਾੜ ਹੈ। ਬਾਹਰੋਂ ਭਾਵੇਂ ਜਿੰਨਾ ਮਰਜ਼ੀ ਧਨ ਲਗਾ ਕੇ ਉਹ ਘਰ ਬਣਾਇਆ ਹੋਵੇ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਗੁਰੂ ਕਹਿੰਦੇ ਰਹਿਣ ਦੇ ਲਈ ਉਹ ਘਰ, ਉਹ ਜਗ੍ਹਾ ਉੱਤਮ ਜੇ, ਜੇਣ ਮੱਧੇ ਹਰ ਕੀਰਤਨੈ, ਜਿਸ ਅੰਦਰ ਪਰਮਾਤਮਾ ਦੀ ਕੀਰਤੀ, ਵਾਹਿਗੁਰੂ ਦੀ ਸਿਫਤ ਸਲਾਹ ਹੈ। ਮੁਕਤੇ ਰਮਣ ਗੋਬਿੰਦੈ, ਨਾਨਕ ਲਬਦੇ ਅੰਗ ਬੜ ਭਾਗਣੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਦੇ ਨਾਮ ਦੀ ਦਾਤ ਵੱਡਿਆਂ ਭਾਗਾਂ ਸਦਕਾ ਜੀਵਨ ਨੂੰ ਪ੍ਰਾਪਤ ਹੁੰਦੀ ਹੈ। ਘਰ 'ਚ ਹਰ ਵਕਤ ਮਾਲਕ ਦੀ ਵਡਿਆਈ ਤੇ ਕੀਰਤੀ ਹੋਵੇ, ਇਹ ਵੀ ਵੱਡਿਆਂ ਭਾਗਾਂ ਸਦਕਾ ਹੀ ਹੈ, ਚੰਗਿਆਂ ਕਰਮਾਂ ਸਦਕਾ ਹੀ ਹੈ। ਤੇ ਫਿਰ ਜਿਹੜੇ ਮਨੁੱਖ ਦੇ, ਸਿੱਖ ਦੇ ਘਰ 'ਚ ਵਾਹਿਗੁਰੂ ਦੀ ਕੀਰਤੀ ਹੈ,
ਜਿਹੜਾ ਹਰ ਵਕਤ ਪਰਮਾਤਮਾ ਨੂੰ ਧਿਆਉਂਦਾ ਪਿਆ ਹੈ, ਚੰਗੇ ਭਾਗਾ ਸਦਕਾ ਮਾਲਕ ਦੇ ਨਾਮ ਨੂੰ ਰਮਣ ਕਰਦਾ ਪਿਆ ਹੈ, ਉਹ ਜੀਵ ਫਿਰ ਸਾਹਿਬ ਕਹਿੰਦੇ ਦੁਨੀਆ ਦੇ ਬੰਧਨਾਂ ਤੋਂ ਵੀ ਮੁਕਤ ਹੋ ਜਾਂਦਾ ਹੈ। ਮੁਕਤੇ ਰਮਣ ਗੋਬਿੰਦੈ, ਰਮਣ ਦਾ ਭਾਵ ਹੈ ਧਿਆਉਣਾ, ਵਾਰ-ਵਾਰ ਚੇਤੇ ਕਰਨਾ, ਸਿਮਰਨਾ। ਪਰਮਾਤਮਾ ਨੂੰ ਵਾਰ-ਵਾਰ ਸਿਮਰਨ ਸਦਕਾ ਬੰਧਨਾਂ ਤੋਂ ਮੁਕਤੀ, ਵਿਕਾਰਾਂ ਤੋਂ ਮੁਕਤੀ, ਅਵਗੁਣਾਂ ਤੋਂ ਮੁਕਤੀ ਪ੍ਰਾਪਤ ਹੁੰਦੀ ਹੈ, ਖਲਾਸੀ ਪ੍ਰਾਪਤ ਹੁੰਦੀ। ਅਤੇ ਇਹ ਮੁਕਤੀ ਦੀ ਦਾਤ, ਮੁਕਤੀ ਦਾ ਦਾਤਾ ਹੀ ਬਖਸ਼ਦਾ ਹੈ। ਅਤੇ ਉਹ ਮੁਕਤੀ ਦਾ ਦਾਤਾ ਕੌਣ ਹੈ? ਗੁਰੂ। ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਜੋ ਇਹ ਸ਼ਲੋਕ ਦਰ ਸ਼ਲੋਕ, ਪੌੜੀ ਦਰ ਪੌੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਮਤਿ ਗਿਆਨ, ਨਾਮ ਬਾਣੀ, ਸੰਗਤ ਦਾ, ਬਾਣੀ ਦੀ ਰੰਗਤ ਦਾ ਉਪਦੇਸ਼ ਗੁਰੂ ਸਾਨੂੰ ਬਖਸ਼ ਰਹੇ ਹਨ। ਇਹ ਆਪਾਂ ਜਿੱਥੇ ਰੋਜ਼ਾਨਾ ਸੁਣਦੇ ਹਾਂ, ਸਮਝਦੇ ਹਾਂ, ਉੱਥੇ ਨਾਲ ਦੀ ਨਾਲ ਗੁਰੂ ਕਿਆਂ ਉਪਦੇਸ਼ਾਂ ਨੂੰ ਆਪਣੇ ਹਿਰਦੇ 'ਚ ਵਸਾਈਏ। ਇਹ ਸੱਚ ਹੈ ਕਿ ਸਾਰਿਆਂ ਉਪਦੇਸ਼ਾਂ ਨੂੰ ਇੱਕੋ ਵਾਰ ਜੀਵਨ ਦੇ ਵਿੱਚ ਵਸਾਉਣਾ ਵੀ ਔਖਾ ਹੈ, ਕਿਉਂਕਿ ਅਸੀਂ ਆਖਰ ਦੁਨਿਆਵੀ ਅਤੇ ਸੰਸਾਰੀ ਜੀਵ ਹਾਂ। ਅਤੇ ਬਹੁਤਾ ਸਮਾਂ ਆਪਾਂ ਸੰਸਾਰ ਅਤੇ ਦੁਨੀਆ ਦੇ ਧੰਦਿਆਂ, ਕਾਰੋ ਵਿਹਾਰਾਂ ਆਦਿਕ ਦੇ ਵਿੱਚ ਲੱਗੇ ਰਹਿੰਦੇ ਹਾਂ, ਜਿਸ ਕਰਕੇ ਸਾਡੇ ਮਨ 'ਤੇ ਉਹਦਾ ਪ੍ਰਭਾਵ ਬਹੁਤਾ ਬਣਿਆ ਰਹਿੰਦਾ ਹੈ। ਪਰ ਨਾਲ ਦੀ ਨਾਲ ਆਪਾਂ ਇਹ ਯਤਨ ਵੀ ਕਰਨਾ ਹੈ ਕਿ ਕੋਈ ਨਾ ਕੋਈ ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਨੂੰ ਆਪਣੇ ਪੱਲੇ ਬੰਨੀਏ ਅਤੇ ਆਪਣੇ ਮਨ ਨੂੰ ਉੱਧਰ ਨੂੰ ਮੋੜਨ ਦਾ ਯਤਨ ਕਰੀਏ ਜਿੱਧਰ ਨੂੰ ਗੁਰੂ ਸਾਨੂੰ ਮੋੜਨਾ ਚਾਹੁੰਦੇ ਹਨ। ਸਨੇ ਸਨੇ ਮਨ ਮੋਰੋ ਤਹਾਂ, ਕਿਆ ਗੁਰ ਕਹੈ ਕਰੈ ਹਮ ਕਹਾਂ। ਇਹ ਆਪਾਂ ਵਿਚਾਰਨਾ ਕਿ ਗੁਰੂ ਕੀ ਕਹਿੰਦੇ ਨੇ, ਅਸੀਂ ਕੀ ਕਰ ਰਹੇ ਹਾਂ। ਅਤੇ ਜਿੱਥੇ ਜਿੱਥੇ ਸਾਨੂੰ ਆਪਣੇ ਜੀਵਨ 'ਚੋਂ ਘਾਟਾਂ ਲੱਗਦੀਆਂ ਨੇ, ਸਨੇ ਸਨੇ ਮਨ ਮੋਰੋ ਤਹਾਂ, ਸਹਿਜੇ ਸਹਿਜੇ ਆਪਣੇ ਮਨ ਨੂੰ ਉੱਧਰ ਨੂੰ ਮੋੜੀਏ। ਗੁਰੂ ਦੀਆਂ ਖੁਸ਼ੀਆਂ ਮਿਲਣ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਨਾ ਚਿਤਾਰਨੀਆਂ। ਗੁਰੂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ।